ਅੱਛਾ ਭਾਈ ਸਾਹਿਬ, ਪੱਗ ਦਾੜੀ ਕਰਕੇ ਡਿਸਕ੍ਰਿਮੀਨੇਸ਼ਨ ਵੀ ਬਹੁਤ ਵਾਰੀ ਹੋਏ ਹੋਣੇ ਆ। ਇੰਡੀਆ ਤੋਂ ਚਿੱਠੀਆਂ ਪਾਈਆਂ ਉਹਨਾਂ ਨੇ ਉਹਨੂੰ ਕੋਈ ਤੁਸੀਂ ਪੈਸੇ ਲੈ ਲਓ ਇਹ ਆਤਮਾ। ਅੱਜ ਤਾਂ ਮੈਂ ਤੁਹਾਨੂੰ ਕਿਹਾ ਸੀ ਮੇਰੀ ਵਾਈਫ ਦੇ ਖਿਲਾਫ ਪੋਸਟ ਪਾਉਂਦੇ ਜਿਹੜੇ ਉਹ ਜਾਣ ਕੇ ਪਾਉਂਦੇ ਥੱਲੇ ਗੰਦੀਆਂ ਕਮੈਂਟ ਮੇਰੇ ਖਾਲਸਾ ਏਡ ਦੇ ਵਿੱਚ ਜੀ ਪੈਸੇ ਖਾਦੇ ਜਾਂਦੇ ਨੇ ਜਾਂ ਖਾਲਸਾ ਏਡ ਪੈਸੇ ਖਾਂਦੀ ਆ, ਜਿਵੇਂ ਤੁਹਾਡੀ ਤਨਖਾਹ ਬਾਰੇ ਉੱਡਿਆ ਸੀ ਕਿ 8 ਕਰੋੜ ਰੁਪਈਆ ਤਨਖਾਹ ਆ। ਇਹ ਫਿਰ ਸਾਰੇ ਰੌਲਿਆਂ ਪਿੱਛੇ ਜਾਂ ਇਹ ਸਾਰਿਆਂ ਪਿੱਛੇ ਫਿਰ ਕੀ ਤੁਹਾਨੂੰ ਲੱਗਦਾ ਕਿ ਕਿਉਂ ਸਾਰਾ ਕੁਝ ਹੋ ਰਿਹਾ ਇੱਦਾਂ, ਜਾਂ ਕਿੱਥੋਂ ਇਹ ਰੌਲਾ ਉੱਗਦਾ? ਅਸੀਂ ਆਪਣੇ ਇੱਕ ਪੰਥ ਲਈ ਇੱਕ ਸੰਸਥਾ ਬਣਾਈ ਆ, ਉਹ ਚੁੱਭਦੀ ਆ। ਅੱਛਾ ਭਾਈ ਸਾਹਿਬ, ਇਹ ਜਿਹੜਾ ਰੌਲਾ ਪੈਂਦਾ ਸੀ ਕਿ ਤੁਹਾਡੀ 8 ਕਰੋੜ ਰੁਪਈਆ ਜਿਹੜੀ ਉਹ ਆਮਦਨ ਹੋ ਸਕਦੀ ਆ, ਚਲੋ 8 ਨਹੀਂ 4 ਕਰੋੜ ਮੰਨ ਲਈਏ, ਫਿਰ ਇੰਨੀ ਹੋ ਸਕਦੀ? ਮੈਨੂੰ ਪਤਾ ਕਿੰਨਾ ਪੈਸਾ ਹੁੰਦਾ 4 ਕਰੋੜ ਤਾਂ ਸਾਡੇ ਇੱਥੇ ਪ੍ਰਾਈਮ ਮਿਨਿਸਟਰ ਨੂੰ ਨਹੀਂ ਮਿਲਦਾ। ਐਵੇਂ ਹੁਣ ਇਲਜ਼ਾਮ ਵੀ ਲੱਗਦੇ ਆ, ਹੁਣ ਸਫਾਈਆਂ ਦਿੰਦੇ ਫਿਰਦੇ ਹੋ, ਤੇ ਕਿਉਂ ਨਾ ਤੁਸੀਂ ਇੱਕ ਵਧੀਆ ਨੌਕਰੀ ਕੀਤੀ ਸਾਈਡ ਤੇ? ਇਹਦਾ ਮਤਲਬ ਹੈ ਸਿੱਖੀ ਸਿਧਾਂਤ ਬਦਲ ਲਈ ਆ। ਤੁਹਾਡਾ ਮੇਲ ਕਦੋਂ ਹੋਇਆ ਦੀਪ ਸਿੱਧੂ ਹੁਣਾਂ ਨਾਲ? 23-24 ਸਾਲ ਤੋਂ ਮੈਂ ਕਬਜ਼ਾ ਕਰਨਾ ਪਰਸਨਲੀ ਖਾਲਸਾ ਏਡ ਤੇ। ਮੈਨੂੰ ਕੁਛ ਨਾ ਪੁੱਛਣ, ਕਹਿਣਾ ਜੋ ਮੈਂ ਕਰਦਾ ਠੀਕ ਹੈ ਕਰੀ ਜਾਓ। ਹਾਂਜੀ ਹਾਂਜੀ। ਹੁਣ ਜੇ ਤੁਸੀਂ ਖਾਲਸਾ ਏਡ ਆਪਣੇ ਲਈ ਮੈਂ ਬਣਾਉਣੀ ਹੁੰਦੀ, ਮੈਂ ਵੀ ਪਾਪਾ ਬਣ ਕੇ ਬਹਿ ਜਾਣਾ ਸੀਗਾ ਤੇ ਲੋਕਾਂ ਦੇ ਸੰਗ ਨੇ ਤਾਂ ਵੀ ਪੈਸੇ ਦੇਈ ਜਾਣੇ ਸੀ। ਕਿਸੇ ਨੇ ਨਾ ਮੈਨੂੰ ਕੁਝ ਕਹਿਣਾ ਸੀਗਾ, ਨਾ ਸਾਡੇ ਖਿਲਾਫ ਕੋਈ ਨਫ਼ਰਤ ਕਰਨੀ ਸੀਗੀ। ਲੱਖਾਂ ਕਰੋੜਾਂ ਜੋ ਮਰਜ਼ੀ ਲੈਂਦੇ, ਨਾ ਕੋਈ ਹਿਸਾਬ ਕਿਤਾਬ। ਲੋਕਾਂ ਨੂੰ ਕੋਈ ਲਓ ਜੀ ਰਵੀ ਸਿੰਘ ਪੈਸੇ ਖਾਂਦਾ, ਇਹ ਖਾਂਦਾ, ਪਰ ਇਹਦੇ ਵਿੱਚ ਉਹੀ ਕਹਿੰਦੇ ਵੀ ਸੌਖਾ ਹੋਣਾ ਸੀ ਜੇ ਮੈਂ ਆਪਣੇ ਨਾਲ ਸਾਰਾ ਲਾ ਲੈਂਦਾ। ਜਦੋਂ ਡੋਨੇਸ਼ਨਸ ਆਉਂਦੀਆਂ ਨੇ, ਇਹ ਸਿਰਫ ਸਿੱਖਾਂ ਵੱਲੋਂ ਪੰਜਾਬੀਆਂ ਵੱਲੋਂ ਆਉਂਦੀਆਂ ਨੇ ਜਾਂ ਫਿਰ ਗੈਰ ਸਿੱਖਾਂ ਜਾਂ ਗੈਰ ਪੰਜਾਬੀਆਂ ਵੱਲੋਂ ਵੀ ਆਉਂਦੀਆਂ ਨੇ? ਇੰਡੀਆ ਤੋਂ ਚਿੱਠੀਆਂ ਪਾਈਆਂ ਉਹਨਾਂ ਨੇ, ਉਹਨੂੰ ਕੋਈ ਤੁਸੀਂ ਪੈਸੇ ਲੈ ਲਓ ਇਹ ਆਤਮਾ। ਹੁਣ ਆ ਕੇ ਮੇਰੇ ਪੱਗ ਨੂੰ ਹੱਥ ਲਾਇਆ, ਮੈਨੂੰ ਪਿੱਛੇ ਕਰਤਾ ਫੜ ਕੇ ਹੱਥ, ਤੁਸੀਂ ਮੈਂ ਕਿਹਾ ਪਿੱਛੇ ਹਟ ਜਾ ਤੇ ਮੈਂ ਹੱਥ ਨਾਲ ਉਹ ਰੌਲਾ ਪਾਉਣਾ ਪਿਆ ਵੀ ਤੈਨੂੰ ਕੌਣ ਦਾ ਮੈਨੂੰ ਰੋਕਣਾ। ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡੇ ਸਾਰਿਆਂ ਦਾ ਹੀ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ। ਮੈਂ ਜੋਗਰਾਜ ਸਿੰਘ ਕਾਲੋਂ ਇੱਕ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਰਵੀ ਸਿੰਘ ਜੀ ਖਾਲਸਾ ਏਡ ਤੋਂ ਸਾਰੀ ਦੁਨੀਆ ਤਕਰੀਬਨ ਸਿੱਖ ਨਹੀਂ, ਪੰਜਾਬੀ ਨਹੀਂ, ਭਾਰਤੀ ਨਹੀਂ, ਬਲਕਿ ਹੋਰ ਵੀ ਬਹੁਤ ਮੁਲਕਾਂ ਦੇ ਵਿੱਚ ਮਾਨ ਸਨਮਾਨ ਹਾਸਲ ਕਰ ਚੁੱਕੇ ਨੇ। ਸੋ ਉਹਨਾਂ ਦੇ ਨਾਲ ਅਸੀਂ ਸਿੱਧੀ ਗੱਲਬਾਤ ਕਰਦੇ ਹਾਂ ਬਹੁਤ ਸਾਰੇ ਪੰਜਾਬ ਦੇ ਮਸਲਿਆਂ 'ਤੇ, ਖਾਲਸਾ ਏਡ ਦੇ ਹੋਣ ਵਾਲੇ ਪ੍ਰੋਗਰਾਮਾਂ 'ਤੇ, ਪੰਜਾਬ ਦੇ ਵਿੱਚ ਇਸ ਵਕਤ ਦੇ ਮਾਹੌਲ ਬਾਰੇ, ਰਾਜਨੀਤਿਕ ਜਾਂ ਉਹਦੇ ਵਿੱਚ ਹੋਰ ਸਾਰੇ ਮਸਲਿਆਂ ਦੇ ਉੱਤੇ ਉਹਨਾਂ ਨਾਲ ਵਿਚਾਰ ਚਰਚਾ ਇੱਕ ਇੱਕ ਕਰਕੇ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਵਾਗਤ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ 'ਤੇ। ਵਾਹਿਗੁਰੂ ਜੀ ਕੀ ਫਤਿਹ, ਧੰਨਵਾਦ ਜੀ। ਸਭ ਤੋਂ ਪਹਿਲਾਂ ਤੇ ਅਸੀਂ ਖਾਲਸਾ ਜੀ ਜਦੋਂ ਵੀ ਕਿਸੇ ਨੂੰ ਮਿਲੀਦਾ ਤੇ ਪਹਿਲਾਂ ਪੁੱਛੀਦਾ ਜੀ ਹੋਰ ਸੁਣਾਓ ਕੀ ਹਾਲ ਚਾਲ ਨੇ, ਤੇ ਤੁਹਾਡੀਆਂ ਪਿਛਲੇ ਸਮੇਂ ਦੇ ਵਿੱਚ ਸਿਹਤਾਂ ਢਿੱਲੀਆਂ ਵੀ ਰਹੀਆਂ ਸੀ, ਲੱਖਾਂ ਸੰਗਤਾਂ ਨੇ ਉਹਦੇ ਬਾਬਤ ਦੁਆਵਾਂ ਵੀ ਕੀਤੀਆਂ। ਸਭ ਤੋਂ ਪਹਿਲਾਂ ਸਿਹਤਾਂ ਦਾ ਦੱਸੋ ਜੀ, ਸਿਹਤਾਂ ਕਿਵੇਂ ਨੇ ਹੁਣ? ਹਾਂਜੀ, ਸੰਗਤ ਦਾ ਬਹੁਤ ਪਿਆਰ ਆ, ਬਹੁਤ ਮੈਸੇਜ ਆਉਂਦੇ ਰਹਿੰਦੇ ਆ ਤੇ ਬਹੁਤ ਅਰਦਾਸਾਂ ਦੁਨੀਆ 'ਚ ਹੋ ਰਹੀਆਂ ਤੇ ਦੋਨੇ ਹੁਣ ਤੁਹਾਨੂੰ ਪਤਾ ਵੀ ਪਿਛਲੇ ਹੁਣ 2 ਸਾਲ ਤੋਂ ਕਿਡਨੀਆਂ ਦੋਨੇ ਫੇਲ ਹੋ ਗਈਆਂ ਤੇ ਮੈਂ ਹੁਣ ਮੇਰੀ ਜਿਹੜੀ ਟ੍ਰੀਟਮੈਂਟ ਆ ਡਾਇਲਿਸਿਸ ਅਸੀਂ ਘਰੋਂ ਕਰੀ ਦੀ 4 ਵਾਰੀ ਦਿਨ ਦੇ ਵਿੱਚ। ਸੋ ਬੇਸਿਕਲੀ ਸਵੇਰ ਨੂੰ ਆਫਿਸ ਆਉਣ ਤੋਂ ਪਹਿਲਾਂ ਤੇ ਆਫਿਸ ਆ ਕੇ ਲੰਚ ਟਾਈਮ ਤੇ ਘਰ ਜਾ ਕੇ ਲੰਚ ਕਰਕੇ ਡਾਇਲਿਸਿਸ ਕਰਨੀ, ਫਿਰ ਥੋੜੀ ਰੈਸਟ ਕਰਨੀ 10-15 ਮਿੰਟ, ਫਿਰ ਆਫਿਸ ਆ ਜਾਣਾ, ਫਿਰ ਜਾ ਕੇ ਡਾਇਲਿਸਿਸ ਕਰਨੀ, ਫਿਰ ਬੈਡ ਟਾਈਮ ਤੋਂ ਪਹਿਲਾਂ 4 ਵਾਰੀ ਡਾਇਲਿਸਿਸ ਹੁੰਦੀ ਤੇ ਹਫ਼ਤੇ 'ਚ 2 ਵਾਰੀ ਢਿੱਡ 'ਚ ਟੀਕੇ ਲਾਉਣੇ ਪੈਂਦੇ, ਆਪੇ ਹੀ ਪਰਸਨਲੀ ਲਾਉਣੇ ਪੈਂਦੇ ਆ ਕਿਉਂਕਿ ਕਈ ਵਾਰੀ ਜਿਹੜਾ ਬਲੱਡ ਲੈਵਲ ਘੱਟ ਹੋ ਜਾਂਦਾ। ਸੋ ਉਹ ਹੁਣ ਬਸ ਟ੍ਰਾਂਸਪਲਾਂਟ ਦਾ ਕਾਫੀ ਚਿਰ ਲੱਗ ਗਿਆ ਤੇ ਹੋਣਾ ਚਾਹੀਦਾ ਸੀਗਾ, ਪਰ ਕੰਸਲਟੈਂਟ ਨੂੰ ਅਸੀਂ ਨਵਾਂ ਮੰਗਿਆ, ਨਵਾਂ ਦੇਤਾ ਹਸਪੀਟਲ ਨੇ ਤੇ ਮੇਰਾ ਖਿਆਲ ਹੁਣ ਛੇਤੀ ਕਰ ਦੋਗੇ। ਪਰ ਜਿੰਨਾ ਟਾਈਮ ਨਿਕਲ ਜਾਂਦਾ ਓਨਾ ਹੀ ਜਿੱਦਾਂ ਭਈ ਕਮਜ਼ੋਰ ਹੁੰਦਾ ਸਰੀਰ ਤੇ ਕਈ ਵਾਰੀ 1-2 ਵਾਰੀ ਹਫ਼ਤੇ 'ਚ ਜਿੱਦਾਂ ਜ਼ਿਆਦਾ ਜਿੱਦਾਂ ਭਈ ਸਵੇਰ ਨੂੰ ਢਿੱਲਾ ਸਰੀਰ ਹੋ ਜਾਂਦਾ, ਭਈ ਉਲਟੀਆਂ ਹੋਣਾ ਪੈਂਦੀਆਂ। ਪਰ ਉੱਦਾਂ ਤਾਂ ਅਸੀਂ ਇਹ ਨਹੀਂ ਵੀ ਘਰ ਬੈਠ ਕੇ ਬਸ ਪਿੱਟੀ ਜਾਣਾ, ਆਪਣਾ ਕੰਮ ਕਰੀ ਜਾਣਾ ਜਦ ਤੱਕ ਕਹਿ ਲਓ ਭਈ ਸਰੀਰ ਗਿਵ ਅਪ ਨਹੀਂ ਕਰਦਾ, ਅਸੀਂ ਗਿਵ ਅਪ ਨਹੀਂ ਕਰਨਾ। ਸੋ ਪਰ ਤੁਹਾਡਾ ਥੈਂਕ ਯੂ ਪੁੱਛਣ ਦਾ।
ਕਾਫੀ ਨਹੀਂ, ਸੰਗਤ ਦੀਆਂ ਦੁਆਵਾਂ ਨੇ ਜੀ। ਭੇਜ ਰਹੇ ਲੋਕੀ ਵੀ ਜਾਣਨਾ ਚਾਹੁੰਦੇ, ਜਿਹੜੇ ਪਿਆਰ ਕਰਦੇ ਸੀਗੇ, ਉਹ ਮੇਰੇ ਖਿਆਲ ਤੁਹਾਡੇ ਤੱਕ ਵੀ ਉਹਨਾਂ ਦੇ ਸੋਸ਼ਲ ਮੀਡੀਆ ਰਾਹੀਂ ਸੁਨੇਹੇ ਆਉਂਦੇ ਰਹਿੰਦੇ ਹੋਣਗੇ ਨੇ ਕਿ ਬਾਕੀ ਇੱਕ ਆਪਰੇਟ ਹੋਣਾ ਸੀਗਾ ਜੀ ਤੁਹਾਡਾ ਜੀ, ਉਹ ਕਦੋਂ ਹੁਣ ਹੋਣਾ ਆਪਰੇਟ ਤੁਹਾਡਾ? ਉਹੀ ਵੇਟ ਕਰਦੇ ਆ, ਤਰੀਕ ਵੇਟ ਕਰਦੇ ਆ ਹਸਪੀਟਲ ਤੋਂ ਹਾਲ ਤੱਕ ਦੀ। ਅੱਛਾ ਜੀ। ਤਰੀਕ 1 ਤਰੀਕ ਨੂੰ ਮਾਰਚ ਨੂੰ ਮੇਰਾ ਹੋਰ ਇੱਕ ਦਿਲ ਦਾ ਟੈਸਟ ਆ, ਉਹ ਵੀ ਦੇਖਾਂਗੇ ਕਿੱਦਾਂ। ਜੇ ਦਿਲ ਦਾ ਟੈਸਟ ਠੀਕ ਨਿਕਲਿਆ ਭਈ ਉਹ ਆਪਰੇਸ਼ਨ ਜਿੱਦਾਂ ਹੋ ਸਕਦਾ, ਦਿਲ ਸਟਰੋਂਗ ਆ, ਤਾਂ ਫਿਰ ਉਹ ਸ਼ਾਇਦ ਅਗਲੇ ਮਹੀਨੇ ਆਰਲੀ ਮੈਨੂੰ ਕੋਈ ਤਰੀਕ ਦੇ ਦੂਗੇ ਆਪਰੇਸ਼ਨ ਦੀ। ਓਕੇ, ਅੱਛਾ। ਤੇ ਕਿਡਨੀ ਵਾਸਤੇ ਕੋਈ ਦਾਨੀ ਸੱਜਣ ਫਿਰ ਮਿਲ ਗਏ ਜੀ? ਕਿਉਂਕਿ ਇਹਦੇ ਵਾਸਤੇ ਉਹ ਦਾਨੀ ਸੱਜਣ ਦੀ ਵੀ ਲੋੜ ਸੀ। ਖੈਰ, ਲੋਕਾਂ ਨੇ ਤੇ ਕਹਿਣਾ ਕਿ ਰਵੀ ਸਿੰਘ ਜੀ ਹੁਣਾਂ ਨੂੰ ਦਾਨੀ ਸੱਜਣਾਂ ਦੀ ਕਿਹੜੀ ਕਮੀ, ਉਹ ਇੱਕ ਆਵਾਜ਼ ਦੇਣ, ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਹਾਜ਼ਰ ਹੋ ਜਾਣਾ। ਪਰ ਇਹ ਕਿਹਦੇ ਹਿੱਸੇ ਸੇਵਾ ਆਈ ਜੀ ਇਸ ਵਾਰੀ? ਹਾਂਜੀ, ਇਹ ਕਿਡਨੀ ਜਿਹੜੀ ਪਈ ਕਈ ਵਾਰੀ ਬਹੁਤ ਸਾਲ ਲੱਗ ਜਾਂਦੇ ਲੱਭਣ ਨੂੰ, ਪਰ ਜਦੋਂ ਮੈਂ ਆਪਣੀ ਸੋਸ਼ਲ ਮੀਡੀਆ ਤੇ ਪਾਇਆ ਮੇਰੀ ਕਿਡਨੀ ਫੇਲ ਹੋ ਗਈਆਂ ਤੇ ਬਹੁਤ ਲੋਕ ਮੋਹਰੇ ਆਏ। ਤੇ ਕਿੱਥੇ ਲੇਡੀ ਆਈ ਸੀ ਮੋਹਰੇ, ਇੱਕ ਉਹਦਾ ਲੇਡੀ ਦਾ ਹਸਬੈਂਡ ਤੇ ਉਹ ਦੋਨੇ ਹੀ 2015 ਜਦੋਂ ਨੇਪਾਲ ਭੁਚਾਲ ਆਇਆ ਸੀਗਾ, ਇੱਥੇ UK ਆਫਿਸ ਵਿੱਚ ਸਾਡੀ ਹੈਲਪ ਕਰਨ ਆਏ ਸੀਗੇ। ਉਹ ਜਿਹੜੀ ਲੇਡੀ ਆ ਗੁਜਰਾਤੀ ਆ, ਉਹ ਮੇਰੀ ਵਾਈਫ ਦੇ ਨਾਲ ਕੰਟੈਕਟ ਰੱਖਦੀ ਰਹਿੰਦੀ ਆ। ਅੱਛਾ ਜੀ। ਤੇ ਜਦੋਂ ਲੱਗਾ ਪਤਾ ਵੀ ਮੈਨੂੰ ਕਿਡਨੀ ਲੋੜ ਆ, ਉਹ ਕਹਿੰਦੀ ਮੈਂ ਟੈਸਟ ਕਰਨਾ ਚਾਹੁੰਦੀ ਆ ਵੀ ਮੇਰੀ ਕਿਡਨੀ ਤੇ ਮੇਰਾ ਬਲੱਡ ਸੇਮ ਆ ਰਵੀ ਦਾ, ਤੇ ਮੈਂ ਟੈਸਟ ਕਰਾਉਣਾ ਚਾਹੁੰਦੀ ਹਾਂ। ਜਦੋਂ ਟੈਸਟ ਕਰਾਇਆ ਤਾਂ ਉਹਦੀ ਕਿਡਨੀ ਮੈਚ ਹੋ ਗਈ। ਸੋ ਗੁਜਰਾਤੀ ਲੇਡੀ ਆ, ਉਹ ਵੀ ਸਾਡੀ ਉਮਰ ਦੀ ਆ, ਤੇ ਉਹ ਕਿਡਨੀ ਉਹਦੀ ਸਾਰੇ ਟੈਸਟ ਹੋ ਗਏ ਤੇ ਉਹ ਹੁਣ ਦਲੇਰ ਆਪਣੀ ਕਿਡਨੀ ਕਰ ਰਹੀ ਆ। ਸੋ ਬਹੁਤ ਹੀ ਜਿੱਦਾਂ ਬਹੁਤ ਮੋਹਰੇ ਆਏ ਸੀਗੇ ਕਿਡਨੀ ਦੇਣ ਨੂੰ ਇੱਥੇ। ਸੋ ਬਹੁਤ ਪਿਆਰ, ਸਾਨੂੰ ਵੀ ਬੜਾ ਮਹਿਸੂਸ ਹੋਇਆ ਪਿਆਰ ਜਦੋਂ ਕੋਈ ਲੋਕਾਂ ਨੇ ਫੋਨ ਕਰਕੇ ਸਾਨੂੰ ਕਿਹਾ ਵੀ ਅਸੀਂ ਕਿਡਨੀ ਦੇਣ ਨੂੰ ਤਿਆਰ ਹਾਂ। ਨਹੀਂ, ਬਹੁਤ ਵਧੀਆ ਗੱਲ ਆ ਜੀ। ਇਹ ਤੁਸੀਂ ਜਿਹੜੀ ਇਹ ਮੇਰੇ ਖਿਆਲ ਖਾਲਸਾ ਜੀ, ਜਦੋਂ ਤੁਹਾਡੀ ਗੱਲ ਕਰੀਏ ਜਾਂ ਗੱਲ ਚੱਲੇ, ਉਦੋਂ ਇੱਕ ਉਹ ਜਿਹੜੀ ਸਾਂਝੀਵਾਲਤਾ ਦਾ ਸੁਨੇਹਾ ਗੁਰੂ ਨਾਨਕ ਪਾਤਸ਼ਾਹ ਦੇ ਕੇ ਗਏ ਨੇ, ਉਹਦਾ ਸਿਧਾਂਤ ਤੁਸੀਂ ਜਿਸ ਤਰੀਕੇ ਨਾਲ ਮੁੱਖ ਰੱਖ ਕੇ ਚੱਲਦੇ ਹੋ, ਤੁਸੀਂ ਧਰਮ ਨਹੀਂ ਦੇਖਦੇ, ਤੁਸੀਂ ਜਾਤ ਨਹੀਂ ਦੇਖਦੇ, ਤੁਸੀਂ ਜਾਂ ਉਹਦਾ ਰੰਗ ਨਹੀਂ ਦੇਖਦੇ ਸੇਵਾ ਕਰਨ ਲੱਗਿਆ। ਤੇ ਮੇਰੇ ਖਿਆਲ ਇਹ ਵੀ ਸੇਵਾ ਜਿਹਦੇ ਹਿੱਸੇ ਲੱਗਣੀ ਸੀਗੀ, ਉਹ ਵੀ ਮੇਰਾ ਖਿਆਲ ਗੁਜਰਾਤ ਤੋਂ ਆ, ਤੇ ਇਹ ਇੱਕ ਸਾਰਿਆਂ ਲਈ ਹੈਰਾਨੀ ਵਾਲੀ ਗੱਲ ਹੋਊਗੀ ਕਿ ਉਹਨਾਂ ਦੇ ਹਿੱਸੇ ਸੇਵਾ ਆਈ ਹੈ। ਬਿਲਕੁਲ ਇੱਥੋਂ ਹਿੰਦੂ, ਮੁਸਲਮਾਨ, ਸਿੱਖ ਹਰ ਧਰਮ ਦੇ ਲੋਕ ਮੋਹਰੇ ਆਏ ਸੀਗੇ। ਸੋ ਸਾਨੂੰ ਬੜਾ ਇਹ ਫੀਲ ਹੋਇਆ ਵੀ ਦੇਖੋ, ਅਸੀਂ ਵੀ ਇਹੀ ਮੈਸੇਜ ਦਿੰਦੇ ਦੁਨੀਆ ਦੇ ਵਿੱਚ ਵੀ ਅਸੀਂ ਪਹਿਲਾਂ ਇਨਸਾਨ ਹਾਂ, ਤੇ ਇਹ ਇੱਕ ਇਨਸਾਨੀਅਤ ਤੌਰ ਤੇ ਜਿੰਨਾ ਇੱਕ ਬਹੁਤ ਵੱਡਾ ਸਾਨੂੰ ਵੀ ਇੱਕ ਕਹਿ ਲਓ ਵੀ ਪਿਆਰ ਮਿਲਿਆ ਵੀ ਜਦੋਂ ਸਾਨੂੰ ਪਰਸਨਲੀ ਕੋਈ ਲੋੜ ਪਈ ਆ ਤੇ ਕਿੰਨੀ ਦੁਨੀਆ ਮੋਹਰੇ ਆਈ ਆ। ਬਿਲਕੁਲ ਠੀਕ ਹੈ ਜੀ। ਅੱਛਾ ਖਾਲਸਾ ਜੀ, ਇਸ ਤੋਂ ਪਹਿਲਾਂ ਕਿ ਹੋਰ ਚੀਜ਼ਾਂ ਖਾਲਸਾ ਏਡ ਬਾਰੇ ਜਾਂ ਖਾਲਸਾ ਏਡ ਬਾਰੇ ਕੁਛ ਅਫਵਾਹਾਂ ਤੇ ਜਾਂ ਕੁਛ ਇਲਜ਼ਾਮ ਲੋਕਾਂ ਵੱਲੋਂ ਜਿਸ ਤਰੀਕੇ ਨਾਲ ਲਗਾਏ ਜਾਂਦੇ, ਮੈਂ ਉਹਨਾਂ ਦੇ ਉੱਤੇ ਆਵਾਂ। ਇਹ ਪੰਜਾਬ ਦਾ ਇੱਕ ਨੌਜਵਾਨ ਕੁਛ ਉਹਨੂੰ ਯੋਧਾ ਕਹਿੰਦੇ ਨੇ, ਕੁਛ ਉਹਨੂੰ ਬੱਬਰ ਸ਼ੇਰ ਕਹਿੰਦੇ ਨੇ, ਕੁਛ ਵਾਸਤੇ ਉਹ ਹੀਰੋ ਬਣ ਗਿਆ। ਕਿਉਂਕਿ ਜਿਸ ਤਰੀਕੇ ਦੇ ਨਾਲ ਅਸੀਂ ਪਿਛਲੇ ਦਿਨਾਂ ਦੇ ਵਿੱਚ, ਮੈਂ ਇਸ ਦੁਨੀਆ 'ਤੇ ਨਹੀਂ ਰਹੇ, ਦੀਪ ਸਿੱਧੂ ਹੋਣਾ ਦੀ ਗੱਲ ਕਰਦਾ, ਤੁਹਾਡੇ ਬਾਰੇ ਉਹਨਾਂ ਨਾਲ ਜ਼ਿਕਰ ਕਰਨਾ ਸੀ, ਉਹਨਾਂ ਬਾਰੇ ਕੁਛ ਜਾਣਨਾ ਸੀਗਾ। ਤੁਹਾਡਾ ਮੇਲ ਕਦੋਂ ਹੋਇਆ ਦੀਪ ਸਿੱਧੂ ਹੋਣਾ ਨਾਲ? ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਜਾਂ ਫਿਰ ਕਿਵੇਂ ਹੁੰਦੀ ਰਹਿੰਦੀ ਸੀ? ਅਸੀਂ ਇੱਕ ਅੱਧੀ ਵਾਰੀ ਉਹਨਾਂ ਨੂੰ ਉਹ ਸੇਵਾ ਕਰਦਿਆਂ ਦੇਖਿਆ ਸੀ, ਖਾਲਸਾ ਏਡ ਦੀਆਂ ਟੀ-ਸ਼ਰਟਾਂ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਕੁਛ ਆਈਆਂ ਸੀ। ਅਤੇ ਉਹਦੇ ਬਾਰੇ ਤੁਸੀਂ ਹੁਣ ਪੰਜਾਬ ਦੇ ਵਿੱਚ ਵੱਡੇ ਇਕੱਠ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਸੰਸਕਾਰ ਵੇਲੇ, ਉਹਨਾਂ ਦੇ ਭੋਗ ਵੇਲੇ ਕਿਸੇ ਚੀਜ਼ ਦੀ ਕਮੀ ਨਹੀਂ ਰਹੀ। ਇੱਕ ਪੰਜਾਬ ਦੇ ਵਿੱਚ ਕਹਿ ਲਈਏ ਕਿ ਸਾਰਿਆਂ ਦਾ ਧਿਆਨ ਇੱਕ ਵਕਤ ਵੋਟਾਂ ਤੋਂ ਹਟ ਕੇ ਉਸ ਪਾਸੇ ਵੱਲ ਚਲਾ ਗਿਆ ਸੀ। ਤੁਸੀਂ ਕਿੱਦਾਂ ਦੇਖਦੇ ਜੀ ਸਾਰੇ ਕੁਛ ਨੂੰ? ਹਾਂਜੀ, ਦੀਪ ਸਿੱਧੂ ਹੋਣੀ ਜਦੋਂ ਪਹਿਲਾਂ ਕਈ ਜਦੋਂ ਸੰਗਤ ਦੇਖਦੀ ਵੀ ਮੋਰਚੇ ਤੇ ਦਿੱਲੀ ਦੇ ਪਹੁੰਚੇ, ਤੇ ਸਾਰਾ ਉੱਥੋਂ ਚੱਲਿਆ। ਐਕਚੁਅਲੀ ਨਹੀਂ, ਦੀਪ ਸਿੱਧੂ ਮੈਂ ਪਰਸਨਲੀ ਉਹ ਦੇਖਿਆ ਜਦੋਂ ਜਿਹੜੇ ਨਵੇਂ ਕਾਨੂੰਨ ਆਏ ਸੀਗੇ ਕਿਸਾਨਾਂ ਦੇ, ਦੀਪ ਸਿੱਧੂ ਤੇ ਲੱਖੇ ਸਿਧਾਣੇ ਨੇ ਕਾਫੀ ਪਿੰਡਾਂ 'ਚ ਪ੍ਰਚਾਰ ਕੀਤਾ ਵੀ ਦੇਖੋ ਇਹ ਕਿਸਾਨਾਂ ਨੂੰ ਕੀ ਹੋਣਾ ਕੀ ਨਹੀਂ ਹੋਣਾ, ਸਾਡੇ ਲਈ ਬਹੁਤ ਗਲਤ ਆ। ਇਹਨਾਂ ਨੇ ਪਹਿਲਾਂ ਮੋਰਚੇ ਲਾਏ ਸੀ ਸ਼ੰਭੂ ਬਾਰਡਰ ਤੇ ਲਾਏ, ਤੇ ਉੱਥੇ ਸਾਨੂੰ ਇੱਥੇ ਭਾਈ ਅਵਤਾਰ ਸਿੰਘ ਖੰਡੇ ਹੋਣੀ ਜਾਂਦੇ UK ਵਿੱਚ, ਕਾਫੀ ਉਹਨਾਂ ਦੇ ਭਰਾ ਵਰਗੇ ਦੋਸਤ ਆ ਦੀਪ ਹੋਣਾ ਦੇ, ਤੇ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਵੀ ਉੱਥੇ ਲੰਗਰ ਦੀ ਲੋੜ ਹੈ। ਜਦੋਂ ਪਹਿਲਾਂ ਦਿੱਲੀ ਤੋਂ ਪਹਿਲਾਂ ਸ਼ੁਰੂ ਹੋਇਆ, ਉੱਥੇ ਅਮਰਪ੍ਰੀਤ ਸਿੰਘ ਹੋਣੀ ਸਾਡੇ ਇੰਡੀਆ ਦੇ ਜਿਹੜੇ ਡਾਇਰੈਕਟਰ ਆ, ਏਰੀਆ ਡਾਇਰੈਕਟਰ ਆ, ਉਹਨਾਂ ਨੇ ਫਿਰ ਉੱਥੇ ਜਾ ਕੇ ਗੱਲ ਕੀਤੀ ਤੇ ਲੰਗਰ ਦਾ ਸ਼ੁਰੂ ਕਰਤਾ ਉਹਨਾਂ ਦੀ ਸਪੋਰਟ ਕਰਨ ਦਾ। ਤੇ ਉਹਨਾਂ ਤੋਂ ਪਹਿਲਾਂ ਵੀ ਸਾਡੀ ਕਦੀ ਅਸੀਂ ਮਿਲੇ ਨਹੀਂ ਸੀਗੇ, ਪਰ ਅਵਤਾਰ ਸਿੰਘ ਖੰਡੇ ਨਾਲ ਗੱਲ ਕਰਕੇ ਉਹਨਾਂ ਨੇ ਪਹਿਲਾਂ ਵੀ ਸਾਤੋਂ ਇਹਨਾਂ ਟੀ-ਸ਼ਰਟ ਵੀ ਮੰਗੀ ਸੀ ਖਾਲਸਾ ਏਡ ਦੀ, ਮੋਰਚੇ ਤੋਂ ਪਹਿਲਾਂ ਵੀ ਭਈ ਕਾਫੀ ਮੈਂ ਸਪੋਰਟ ਕਰਦਾ ਰਵੀ ਸਿੰਘ ਖਾਲਸਾ ਏਡ ਨੂੰ, ਤੇ ਪਿਆਰ ਕਾਫੀ ਸੀਗਾ ਉਸ ਵੇਲੇ।
ਤੇ ਉਹ ਜਿਹੜਾ ਭਈ ਜਦੋਂ ਮੇਰੇ ਖਿਆਲ ਇੱਥੇ ਯੂਕੇ ਵੱਲ ਆਏ ਸੀ, ਮੇਰੇ ਖਿਆਲ ਮੈਂ ਜਾਂ ਬਾਹਰ ਹੋਊਗਾ, ਮੈਂ ਕਿਤੇ ਗਿਆ ਹੋਣਾ, ਸਾਡੇ ਮਿਲ ਨਹੀਂ ਹੋਇਆ। ਅੱਛਾ, ਪਰ ਤੁਹਾਡੀ ਸਭ ਤੋਂ ਪਹਿਲਾਂ ਦੀਪ ਸਿੱਧੂ ਹੁਣਾਂ ਨਾਲ ਮੁਲਾਕਾਤ ਕਦੋਂ ਹੋਈ ਸੀ? ਅੱਜ ਜਦੋਂ ਉਹਨੇ ਸ਼ੰਭੂ ਬਾਰਡਰ ਤੇ ਲਾਇਆ ਸੀ ਮੋਰਚਾ, ਅੱਛਾ ਜੀ, ਓਕੇ। ਉਦੋਂ ਉਦੋਂ ਸ਼ੁਰੂ ਹੋਈ ਸੀਗੀ। ਤੇ ਉਦੋਂ ਫਿਰ ਮਗਰੋਂ ਜਦੋਂ ਉਹ ਦਿੱਲੀ ਪਹੁੰਚੇ, ਉਦੋਂ ਵੀ ਅਸੀਂ ਇੱਕ ਦੋ ਲਾਈਵ ਸ਼ੋਅ ਕੀਤਾ ਸੀਗਾ YouTube ਤੇ, ਇੱਕ ਦੋ ਕੀਤੇ ਸੀ ਲਾਈਵ ਫੇਸਬੁੱਕ ਤੇ ਕਈ ਜਦੋਂ ਫਿਰ ਉਹ ਜੇਲ੍ਹ ਵੀ ਚਲ ਗਏ ਸੀਗੇ, ਤੇ ਤਾਂ ਵੀ ਅਸੀਂ ਪੋਸਟ ਪਾਇਆ ਸੀਗਾ ਵੀ ਦੇਖੋ ਜੋ ਹੋਇਆ ਗਲਤ ਹੋਇਆ, ਇਹ ਜੇਲ੍ਹ ਭੇਜਣਾ ਏਦਾਂ ਆਪਣੇ ਨੌਜਵਾਨਾਂ ਨੂੰ। ਤੇ ਜਦੋਂ ਭਾਈ ਸਾਹਿਬ ਜੇਲ੍ਹ ਤੋਂ ਨਿਕਲੇ ਸੀਗੇ, ਤੇ ਉਸ ਦਿਨ ਸਾਨੂੰ ਫੋਨ ਕੀਤਾ ਵੀ ਤੁਹਾਡੇ ਸਪੋਰਟ ਦਾ ਬਹੁਤ ਧੰਨਵਾਦ। ਤੇ ਮੈਨੂੰ ਪਤਾ ਜਦੋਂ ਕਿ ਮੈਂ ਪੋਸਟ ਪਾਏ ਸੀਗੇ ਤੇ ਸਾਡੇ ਖਿਲਾਫ ਵੀ ਲੋਕਾਂ ਨੇ ਉਸ ਵੇਲੇ ਗੱਲ ਚੱਕੀ ਸੀ, ਤੁਸੀਂ ਇਹਨੂੰ ਕਿਉਂ ਸਪੋਰਟ ਕਰਦੇ, ਇਹ ਖਾਲਿਸਤਾਨੀ ਆ, ਉਹ ਆ ਗਏ ਆ। ਪਰ ਅਸੀਂ ਤਾਂ ਉਸ ਵੇਲੇ ਜਦੋਂ ਮੈਨੂੰ ਫੋਨ ਆਇਆ, ਮੈਂ ਵੀ ਫਿਰ ਕਾਫੀ ਅਪਰੀਸ਼ੀਏਟ ਕੀਤਾ ਭਾਈ ਸਾਹਿਬ ਨੇ ਸਾਨੂੰ ਫੋਨ ਕੀਤਾ। ਦੇਖੋ ਬੰਦਾ ਜੇਲ੍ਹ ਚੋਂ ਨਿਕਲਿਆ ਉਸੇ ਦਿਨ ਹੀ ਫੋਨ ਕਰਨਾ, ਸਾਨੂੰ ਵੀ ਬੜਾ ਉਸ ਵੇਲੇ ਵੀ ਮਹਿਸੂਸ ਹੋਇਆ ਹਾਂ ਇਹਨਾਂ ਨੂੰ ਪਤਾ ਵੀ ਅਸੀਂ ਨਾਲ ਖੜੇ ਹਾਂ। ਤੋ ਭਾਈ ਅਮਰਪ੍ਰੀਤ ਸਿੰਘ ਹੁਣੀ ਉੱਥੇ ਸੇਵਾ ਕਰਦੇ ਸੀ ਫਰੰਟ ਲਾਈਨ ਤੇ, ਜਿੱਥੇ ਮੋਰਚਾ ਸੀਗਾ, ਤੇ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਸੀਗੀ। ਤਾਂ ਜੋ ਮਗਰੋਂ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਆ। ਤੋ ਆ ਜਿਹੜਾ ਹੁਣ ਐਕਸੀਡੈਂਟ ਆ ਜਿਹੜਾ ਹੁਣ ਭਾਈ ਸੰਦੀਪ ਸਿੰਘ ਹੁਣੀ, ਦੀਪ ਸਿੰਘ ਸਿੱਧੂ ਦੁਨੀਆ ਛੱਡ ਗਏ ਹੁਣ, ਇਹ ਵੀ ਦੇਖ ਲਓ ਕਿਸੇ ਨੇ ਸੋਚਿਆ ਨਹੀਂ ਸੀਗਾ ਵੀ ਇਹ ਗੱਲ ਹੋਊਗੀ। ਤੇ ਕਿਉਂਕਿ ਹੁਣ ਕਾਫੀ ਸਪੈਸ਼ਲੀ ਨੌਜਵਾਨ ਜੁੜੇ ਹੋ ਆ, ਕਿਉਂਕਿ ਉਹ ਆਪਣੇ ਦਿਲੋਂ ਗੱਲ ਕਰਦੇ ਸੀਗੇ, ਕੋਈ ਲੁਕੋਵਾ ਨਹੀਂ ਸੀਗਾ, ਜੋ ਦਿਲ ਸੀਗੀ ਉਹ ਗੱਲ ਕਰਨੀ, ਜੋ ਪੰਜਾਬ ਦੀ ਗੱਲ ਕਰਨੀ, ਪੰਜਾਬ ਨਾਲ ਪਿਆਰ ਕਰਨਾ। ਸੋ ਇਹਦੇ ਵਿੱਚ ਤਾਂ ਹੀ ਹੁਣ ਦੇਖੋ ਕਿੰਨਾ ਇਕੱਠ ਹੋ ਰਿਹਾ। ਮੇਰਾ ਖਿਆਲ ਜਦੋਂ ਇੱਥੇ ਸੰਸਕਾਰ ਕੀਤਾ ਗਿਆ, ਲੱਖਾਂ ਤੋਂ ਲੱਖ ਸੰਗਤ ਆਈ। ਹੁਣ ਜਦੋਂ ਭੋਗ ਵੀ ਪਊਗਾ, ਲੱਖਾਂ ਲੱਖ ਸੰਗਤ ਆਊਗੀ। ਸੋ ਇਹ ਜੋ ਪਿਆਰ ਆ, ਜੋ ਇੱਕ ਸੁਨੇਹਾ ਦੇ ਕੇ ਗਏ ਆ, ਉਹ ਮੇਰੇ ਖਿਆਲ ਨੌਜਵਾਨਾਂ ਲਈ ਇੱਕ ਕਹਿ ਲਓ ਜਿੱਦਾਂ ਸਦੀਆਂ ਤੱਕ ਨਹੀਂ ਭੁੱਲੂਗਾ, ਜਿੱਦਾਂ ਪਹਿਲਾਂ ਸਾਡੇ ਸ਼ਹੀਦ ਸਾਨੂੰ ਦੇ ਗਏ ਆ। ਬਿਲਕੁਲ ਠੀਕ ਆਖਿਆ ਜੀ ਤੁਸੀਂ ਰਵੀ ਸਿੰਘ ਜੀ। ਹੁਣ ਜੇ ਆਪਾਂ ਕੁਛ ਨਾ ਕੁਛ ਹੁਣ ਖਾਲਸਾ ਏਡ ਦੇ ਪ੍ਰੋਗਰਾਮਾਂ ਬਾਰੇ ਗੱਲ ਕਰ ਲਈਏ, ਇਸ ਤੋਂ ਪਹਿਲਾਂ ਕਿ ਮੈਂ ਹੁਣ ਉਹਨਾਂ ਦੇ ਕੁਛ ਪ੍ਰੋਗਰਾਮਾਂ 'ਤੇ ਆਵਾਂ, ਅੱਜ ਖਾਲਸਾ ਏਡ ਬਹੁਤ ਵੱਡੀ ਇੱਕ ਸੰਸਥਾ ਬਣ ਚੁੱਕੀ ਆ ਜੀ। ਜੇ ਕਿਸੇ ਵੀ ਤਰੀਕੇ ਨਾਲ ਮਦਦ ਕਿਸੇ ਨੂੰ ਵੀ ਚਾਹੀਦੀ ਹੋਏ ਤਾਂ ਉਹ ਤੁਹਾਡੇ ਤੱਕ ਪਹੁੰਚ ਕਰਦਾ ਹੈ। ਹੁਣ ਇਹ ਇੰਨੀ ਵੱਡੀ ਸੰਸਥਾ ਬਣ ਗਈ ਕਿ ਵੱਖੋ-ਵੱਖ ਦੇਸ਼ਾਂ ਦੇ ਵਿੱਚ ਵੱਖੋ-ਵੱਖ ਚੈਪਟਰ ਖਾਲਸਾ ਏਡ ਦੇ ਉਹ ਰਨ ਕੀਤੇ ਜਾਂਦੇ ਨੇ। ਇੱਕ ਜਿਹੜੀ ਪਹਿਲੀ ਗੱਲ ਆ ਕਿ ਸਾਰੇ ਕੁਛ ਦੀ ਟਰਾਂਸਪੇਰੈਂਸੀ ਤੁਸੀਂ ਤਾਂ ਕਿ ਕਿਤੇ ਵੀ ਕੋਈ ਗਲਤ ਕੰਮ ਨਾ ਹੋਏ, ਕਿਉਂਕਿ ਕੰਮ ਪੈਸੇ ਦਾ, ਪੈਸੇ ਦਾ, ਸੰਗਤ ਦੀ ਸੇਵਾ ਵਾਸਤੇ, ਸੰਗਤ ਵਾਸਤੇ। ਸੋ ਉਹਦੇ ਵਿੱਚ ਜਿਹੜੀ ਉਹ ਇੱਕ ਟਰਾਂਸਪੇਰੈਂਸੀ ਆ ਉਹ ਕਿਵੇਂ ਰੱਖਦੇ ਹੋ, ਸਾਰਾ ਸਿਸਟਮ ਮੈਨੇਜ ਕਿਵੇਂ ਕਰਦੇ ਹੋ, ਉਹ ਸਾਨੂੰ ਗੱਲਬਾਤ ਥੋੜ੍ਹੀ ਸੰਗਤ ਨੂੰ ਸਮਝਾਓ ਤਾਂ ਕਿ ਜੇ ਕਿਸੇ ਦੇ ਤੌਖਲੇ ਨੇ ਉਹ ਦੂਰ ਕੀਤੇ ਜਾ ਸਕਣ। ਹਾਂਜੀ ਬਿਲਕੁਲ, ਬਹੁਤ ਵਧੀਆ ਸਵਾਲ ਆ, ਕਿਉਂਕਿ ਜਿਹੜੇ ਸੰਗਤ ਦਾ ਸਪੋਰਟ ਵਧੀ ਜਾਂਦਾ ਹਰ ਸਾਲ। ਤੇ ਸਾਡੇ ਚੈਪਟਰ ਹੈਗੇ ਆ UK ਵਿੱਚ, USA, ਕੈਨੇਡਾ ਤੇ ਇੰਡੀਆ ਤੇ ਆਸਟ੍ਰੇਲੀਆ ਵੀ ਸੈਟਅਪ ਕਰਨ ਲੱਗੇ, ਹੁਣ ਉਹ ਸੈਟਅਪ ਆ। ਸੋ ਜਿੰਨੀ ਸੰਗਤ ਸਪੋਰਟ ਕਰੀ ਜਾਂਦੀ, ਉਨੀ ਸਾਡੀ ਜ਼ਿੰਮੇਵਾਰੀ ਵਧੀ ਜਾਂਦੀ ਹੈ। UK ਵਿੱਚ ਵੀ ਅਸੀਂ ਆਪਣਾ ਇੱਕ ਨਵਾਂ ਅਕਾਊਂਟੈਂਟ ਰੱਖਿਆ ਪਿਛਲੇ ਸਾਲ, ਜਿਹੜੇ UK ਦੇ ਨੰਬਰ ਕਹਿ ਲਓ ਟੌਪ 20 ਦੇ ਵਿੱਚੋਂ ਆ। ਬਹੁਤ ਵੱਡੀ ਕੰਪਨੀ ਆ ਇੱਥੇ, ਗੌਰਵ ਦੀ ਕੰਪਨੀ, ਜਿਹੜੇ ਅਕਾਊਂਟੈਂਟਸ ਆ। ਸਾਡੇ ਅਕਾਊਂਟ ਇਹ ਨਹੀਂ ਉਹੀ ਜੋ ਸਾਡੀ ਇੱਥੇ ਗੌਰਮੈਂਟ ਮੰਗਦੀ ਆ ਉਹੀ ਕਰਕੇ ਦੇਈਏ, ਉਹ ਤੋਂ ਵੱਧ ਜਾਈਏ ਅਸੀਂ ਥੋੜਾ ਜਿਹਾ, ਕਿਉਂਕਿ ਜਿਹੜੇ ਸਾਡੇ ਹੁਣ ਹਰ ਇੱਕ ਲੈਵਲ ਤੇ ਕਹਿ ਲਓ UK, USA, ਕੈਨੇਡਾ, ਅਮਰੀਕਾ, ਜਿੱਥੇ ਵੀ ਸਾਡਾ ਰਜਿਸਟਰ ਹੈ, ਉੱਥੇ ਜਿਹੜੇ ਟਰਸਟੀ ਆ, ਉਹਨਾਂ ਦੀ ਜਿਹੜੇ ਕਾਨੂੰਨੀ ਤੌਰ ਤੇ ਰਿਸਪੌਂਸਿਬਲ ਹੈ ਚੈਰਿਟੀ ਲਈ, ਖਾਲਸਾ ਏਡ ਲਈ, ਉਹ ਕੌਣ ਆ? ਉਹ ਜਿੱਦਾਂ ਹੁਣ ਕਹਿ ਸਕਦੇ ਜੇ ਪਿਛਲੇ ਤੋਂ 23-24 ਸਾਲ ਤੋਂ ਮੈਂ ਕਬਜ਼ਾ ਕਰਨਾ ਪਰਸਨਲੀ ਖਾਲਸਾ ਏਡ ਤੇ, ਫਿਰ ਸਾਰੇ ਟਰਸਟੀ ਮੇਰੀ ਫੈਮਿਲੀ ਹੋ ਸਕਦੀ ਆ ਜਾਂ ਮੇਰੇ ਫਰੈਂਡ ਹੋ ਸਕਦੇ, ਮੈਨੂੰ ਕੁਛ ਨਾ ਪੁੱਛਣ, ਕਹਿਣਾ ਜੋ ਮੈਂ ਕਰਦਾ ਠੀਕ ਆ, ਕਰੀ ਜਾਓ, ਹਾਂਜੀ। ਅਸੀਂ ਇਹ ਕੱਢਿਆ, ਇਹਦੇ ਵਿੱਚ ਬਸ ਇੱਕ ਜਿਹੜੀ ਸਾਡੀ ਫੈਮਿਲੀ ਟਰਸਟੀ ਮੇਰੀ ਵਾਈਫ ਆ, ਬਾਕੀ ਜਿਹੜੇ 5 ਆ ਟਰਸਟੀ ਉਹ ਟੋਟਲੀ ਇੰਡੀਪੈਂਡੈਂਟ ਆ। ਉਹ ਬਾਕੀ ਡਿਫਰੈਂਟ ਬੈਕਗਰਾਉਂਡ ਨਾ, ਉਹ ਫਰੈਂਡਸ਼ਿਪ ਆ, ਉਹ ਆ ਕੇ ਹਰ ਦੇਖਦੇ ਕਾਰਵਾਈ, ਕਿੱਥੇ ਪੈਸਾ ਜਾ ਰਿਹਾ, ਕਿਉਂ ਇੰਨਾ ਖਰਚਿਆ, ਕਿਹਨੇ ਆਥੋਰਾਈਜ਼ ਕੀਤਾ, ਹਰ ਚੀਜ਼ ਤੇ। ਹੁਣ ਮੈਂ 2 ਸਾਲ ਜਾਂ 2.5 ਸਾਲ ਤੋਂ ਨਾ ਮੈਂ ਨਾ ਮੇਰੀ ਵਾਈਫ ਨੇ ਕੋਈ ਚੈੱਕ ਵੀ ਨਹੀਂ ਸਾਈਨ ਕੀਤਾ। ਉਹ ਵੀ ਸਾਡੇ ਜਿਹੜੇ ਟਰਸਟੀ ਆ ਤੇ ਸਾਡੇ ਫਾਈਨੈਂਸ ਆਫਿਸਰ ਉਹ ਸਾਰਾ ਕਰਦੇ ਆ।
ਇਹ ਨਹੀਂ ਵੀ ਅਸੀਂ ਚੈੱਕ ਵੀ ਲਿਖਦੇ ਹਾਂ ਵੀ ਕੌਨਫਲਿਕਟ ਆਊਗੀ। ਹੁਣ ਅਸੀਂ ਹਰ ਇੱਕ ਚੈਪਟਰ ਦੇ ਵਿੱਚ ਇਹੀ ਦੇਖਦੇ ਹਾਂ ਤੇ ਰਿਫਾਰਮ ਕਿੱਦਾਂ ਕਰਨਾ ਸਾਰੇ ਚੈਪਟਰਾਂ 'ਚ। ਇਹ ਰਿਫਾਰਮ ਕਰਨ ਨੂੰ ਅਸੀਂ ਇੱਕ ਹੁਣ ਬੰਦਾ ਲਿਆਂਦਾ ਜਿਹਦਾ 20-25 ਸਾਲ ਦਾ ਐਕਸਪੀਰੀਅੰਸ ਆ। ਉਹਨੂੰ ਅਸੀਂ ਇੱਥੇ ਰੱਖਿਆ 6 ਮਹੀਨੇ ਦੀ ਤਨਖਾਹ ਤੇ। ਉਹਦਾ ਕੰਮ ਇਹੀ ਆ, ਉਹਨੇ ਸਾਰੇ ਜਿਹੜੇ ਵੀ ਸਾਡੀ ਖਾਲਸਾ ਦੀ ਦੁਨੀਆ ਚੈਪਟਰ ਆ ਉਹਨਾਂ ਨੂੰ ਚੈੱਕ ਕਰਨਾ ਜਾ ਕੇ, ਉਹ ਕੌਣ ਟਰਸਟੀ ਆ, ਆਪਣੀ ਜੌਬ ਕਰਦੇ ਕਿ ਨਹੀਂ, ਕਿੱਦਾਂ ਪੈਸੇ ਖਰਚਦੇ, ਕੌਣ ਡਿਸੀਜਨ ਕਿੱਦਾਂ ਲੈਂਦੇ ਆ, ਤੇ ਕਿੰਨੇ ਇੱਕ ਇਹ ਨਹੀਂ ਵੀ ਅਸੀਂ ਇਹ ਨਹੀਂ ਚਾਹੁੰਦੇ ਵੀ ਇੱਕ ਬੰਦਾ ਇਕੱਲਾ ਸਾਰੀ ਚੀਜ਼ ਦਾ ਇੰਚਾਰਜ ਹੋਵੇ ਜੋ ਮਨ ਮਰਜ਼ੀ ਕਰੇ। ਹੁਣ ਜੇ ਮੈਂ ਮਨ ਮਰਜ਼ੀ ਕਰਨਾ ਚਾਹੁੰਦਾ ਹੁਣ ਮੈਂ ਕਰ ਸਕਦਾ ਸੀਗਾ, ਮੈਂ ਪਿੱਛੇ ਆ ਹੁਣ ਮੈਂ ਕਿਹਾ ਨਹੀਂ, ਹੁਣ ਜੇ ਤੁਸੀਂ ਖਾਲਸਾ ਆਪਣੇ ਲਈ ਮੈਂ ਬਣਾਉਣੀ ਹੁੰਦੀ ਮੈਂ ਵੀ ਬਾਬਾ ਬਣ ਕੇ ਬਹਿ ਜਾਣਾ ਸੀਗਾ ਤੇ ਲੋਕਾਂ ਦੇ ਸੰਗ ਨੇ ਤਾਂ ਵੀ ਪੈਸੇ ਦੇਈ ਜਾਣੇ ਸੀ। ਅਸੀਂ ਇੱਕ ਇੰਸਟੀਟਿਊਸ਼ਨ ਬਣਾਇਆ। ਵੈਸੇ ਖਾਲਸਾ ਜੀ ਉਹ ਕੰਮ ਸੌਖਾ ਨਹੀਂ ਸੀ ਜ਼ਿਆਦਾ? ਉਹ ਤਾਂ ਬਹੁਤ ਸੌਖਾ ਹੋਣਾ ਸੀਗਾ। ਕਿਸੇ ਨੇ ਨਾ ਮੈਨੂੰ ਕੁਝ ਕਹਿਣਾ ਸੀਗਾ, ਨਾ ਸਾਡੇ ਖਿਲਾਫ ਕੋਈ ਨਫ਼ਰਤ ਕਰਨੀ ਸੀਗੀ। ਲੱਖਾਂ ਕਰੋੜਾਂ ਜੋ ਮਰਜ਼ੀ ਲੈਂਦੇ, ਨਾ ਕੋਈ ਹਿਸਾਬ ਕਿਤਾਬ। ਅਸੀਂ ਇਹ ਜਾਣ ਕੇ ਸਿਸਟਮ ਬਣਾਇਆ, ਅਸੀਂ ਆਪਣੇ ਆਪ ਨੂੰ ਤਾਂ ਹੀ ਟੈਸਟ ਕਰਨ ਨੂੰ। ਇਹਦਾ ਮਤਲਬ ਨਹੀਂ ਜੇ ਅੱਜ 5 ਮਿਲੀਅਨ ਆ ਗਿਆ, 10 ਮਿਲੀਅਨ ਆ ਗਿਆ ਤੇ ਉਹ ਮੈਨੂੰ ਆਊਗਾ। ਉਹ ਖਾਲਸਾ ਏਡ ਨੂੰ ਆਉਂਦਾ ਤੇ ਉਹਦੇ ਵਿੱਚ ਟਰਸਟੀ ਹੁੰਦੇ, ਕਿੱਦਾਂ ਖਰਚਣਾ ਹਰ ਚੀਜ਼ ਦੇ ਵਿੱਚ ਡਬਲ ਚੈੱਕ। ਪਰ ਇਹਦੇ ਵਿੱਚ ਉਹੀ ਜਿਹੀ ਕਹਿੰਦੇ ਸੌਖਾ ਹੋਣਾ ਸੀ ਜੇ ਮੈਂ ਆਪਣੇ ਨਾਲ ਸਾਰਾ ਕੁਝ ਲਾ ਲੈਂਦਾ, ਕਿਸੇ ਨੇ ਕੁਛ ਨਹੀਂ ਕਰਨਾ ਸੀ, ਮੈਂ ਵੀ ਬਾਬਾ ਬਣ ਕੇ ਬਹਿ ਜਾਂਦਾ। ਪਰ ਅਸੀਂ ਇੱਕ ਸਿਸਟਮ ਚੇਂਜ ਬਣਾਇਆ, ਇੱਕ ਇੰਸਟੀਟਿਊਸ਼ਨ ਬਣਾਇਆ। ਇਹਦੇ ਵਿੱਚ ਮੈਂ ਕੀ ਕਹਿਣੀ ਚਾਹੁੰਦੀ ਹਾਂ ਗੱਲ, ਤੇ ਅੱਜ ਕੱਲ ਤਾਂ ਸਾਡੇ ਕਹਿ ਲਓ ਫੇਸਬੁੱਕ ਤੇ ਛੱਡੋ ਪਰੇ, ਵਿਦਵਾਨ ਛੱਡੋ, ਤੇ ਸਾਰੇ ਅਕਾਊਂਟੈਂਟ ਹੀ ਬੜੀ ਫਿਰਦੇ ਆ। ਇੱਥੇ ਯੂਕੇ ਵਿੱਚ ਸਾਡੀ ਜਿਹੜੀਆਂ ਸੈਲਰੀਆਂ, ਕਈ ਵਾਰੀ ਗੱਲ ਕਰਦੇ ਰਵੀ ਸਿੰਘ ਦੀ 8 ਕਰੋੜ ਦੀ ਸੈਲਰੀ, 8 ਕਰੋੜ ਦੀ, ਪਰ ਜਿਹੜੀ ਸੈਲਰੀਆਂ ਇੱਥੇ ਯੂਕੇ ਦੀਆਂ ਸਾਡੀਆਂ ਸਾਰੀਆਂ ਸਰਕਾਰ ਦਿੰਦੀ ਆ। ਇੱਥੇ ਜਦੋਂ ਕੋਈ ਡੋਨੇਸ਼ਨ ਕਰਦਾ, ਜਿਹੜਾ ਕੋਈ ਇੱਥੇ ਜੌਬ ਕਰਦਾ ਯੂਕੇ ਵਿੱਚ, 25% ਫ੍ਰੀ ਤੁਹਾਨੂੰ ਸਰਕਾਰ ਦਿੰਦੀ ਆ। ਜੇ ਤੁਸੀਂ ਮੈਨੂੰ 10 ਪਾਉਂਡ ਦਓਗੇ ਤੇ 2.5 ਪਾਉਂਡ ਮੈਨੂੰ ਫ੍ਰੀ ਸਾਨੂੰ ਖਾਲਸਾ ਏਡ ਨੂੰ ਸਰਕਾਰ ਦਿੰਦੀ ਆ। ਉਹ ਜਿਹੜਾ 25% ਸਾਨੂੰ ਮਿਲਦਾ, ਉਹਦੇ ਵਿੱਚ ਸਾਰੀਆਂ ਸੈਲਰੀਆਂ ਜਾਂਦੀਆਂ, ਉਹ ਕਿਸੇ ਡੋਨੇਸ਼ਨ ਤੋਂ ਨਹੀਂ ਆਉਂਦੀਆਂ, ਉਹ ਸਰਕਾਰ ਤੋਂ ਆਉਂਦੀਆਂ। ਤੋ ਕਈ ਵਾਰੀ ਇਹ ਬੰਦੇ ਸੋਚਦੇ ਨਹੀਂ ਕਿ ਭਾਈ ਕਈ ਉਹ ਤੁਹਾਡੀਆਂ ਸੈਲਰੀਆਂ ਇੰਨੀਆਂ ਵੱਡੀਆਂ, ਪਰ ਜੇ ਤੁਹਾਨੂੰ ਟੈਕਸ ਗਵਰਨਮੈਂਟ ਦੇ ਰਹੀ ਆ ਫ੍ਰੀ ਪੈਸੇ, ਉਹ ਪੈਸੇ ਤੁਸੀਂ ਯੂਜ਼ ਕਰੋ ਆਪਣੀ ਚੈਰਿਟੀ ਦਾ ਬੇਸ ਬਣਾਉਣ ਨੂੰ। ਹੁਣ ਸਾਡਾ ਬੇਸ ਬਣਿਆ ਆ, ਪ੍ਰੋਫੈਸ਼ਨਲ ਲੈਵਲ ਤੇ ਆ। ਸਾਡੇ ਕੋਲ ਫਾਈਨੈਂਸ ਆਫਿਸਰ ਆ, ਸਾਡੇ ਕੋਲ ਐਡਮਿਨਿਸਟ੍ਰੇਸ਼ਨ ਆਫਿਸਰ ਆ, ਸਾਡੇ ਕੋਲ ਏਡ ਕੋਆਰਡੀਨੇਟਰਸ ਆ, ਸਾਡੇ ਕੋਲ IT ਪ੍ਰੋਫੈਸ਼ਨਲਸ ਆ। ਅਸੀਂ ਪ੍ਰੋਪਰ ਸੈਟਅਪ ਆ, ਪਰ ਜਿਹੜੀ ਸੈਲਰੀਆਂ ਸਾਡੀਆਂ ਸਰਕਾਰ ਦਿੰਦੀ ਆ। ਕਈ ਵਾਰੀ ਤੁਹਾਨੂੰ ਭੰਬਲ ਭੂਸੇ ਜਾਣ ਕੇ ਪਾਇਆ ਜਾਂਦਾ, ਲੋਕਾਂ ਨੂੰ ਪਹਿਲਾਂ ਜੀ ਰਵੀ ਸਿੰਘ ਪੈਸੇ ਖਾਂਦਾ, ਇਹ ਖਾਂਦਾ ਨਾ। ਮੈਂ ਮੇਰੇ ਕੋਲ ਕੋਈ ਬੈਂਡ ਬਾਜਾ ਹੁੰਦਾ, ਅਸੀਂ ਕਰਦੇ ਆਉਂਦੇ ਜਾਂਦੇ ਜਿੱਥੇ ਜਾਣਾ, ਸਾਡਾ ਆਮ ਘਰ ਆ, ਸਾਨੂੰ ਮਿਲੋ ਆ ਕੇ। ਮੈਂ ਤਾਂ ਕਹਿੰਦਾ ਮਿਲੋ ਆ ਕੇ ਸਾਨੂੰ ਲੰਡਨ, ਸਾਡੇ ਘਰ ਆਓ, ਸਾਡੇ ਚਾਹ ਦਾ ਕੱਪ ਪੀਓ, ਸਾਡਾ ਰੋਟੀ ਜੋਟੀ ਪ੍ਰਸ਼ਾਦਾ ਛਕੋ, ਤੁਹਾਨੂੰ ਲੱਗ ਜਾਂਦਾ ਅਸੀਂ ਕੌਣ ਆ। ਜੇ ਅਸੀਂ 23 ਸਾਲ ਦੇ ਵਿੱਚ ਲੁੱਟਮਾਰ ਕਰਨੀ ਹੋਵੇ, ਅਸੀਂ ਜਿੱਦਾਂ ਪੰਜਾਬ, ਜਿਹਨਾਂ ਨੇ ਪੰਜਾਬ ਰਾਜ ਕਰਕੇ ਲੁੱਟਮਾਰ ਕੀਤੀ, ਅਸੀਂ ਉਦਾਂ ਕਰ ਸਕਦੇ ਸੀਗੇ। ਅਸੀਂ ਕੋਈ ਨਹੀਂ, ਸਾਨੂੰ ਕੋਈ ਲਾਲਚ ਨਹੀਂਗਾ, ਨਾ ਪੈਸੇ ਦਾ ਤੇ ਨਾ ਕੁਰਸੀ ਦਾ। ਅੱਛਾ ਭਾਈ ਸਾਹਿਬ, ਜਿਹੜਾ ਰੌਲਾ ਪੈਂਦਾ ਸੀ ਕਿ ਤੁਹਾਡੀ 8 ਕਰੋੜ ਰੁਪਇਆ ਜਿਹੜੀ ਉਹ ਆਮਦਨ ਹੋ ਸਕਦੀ ਹੈ, ਚਲੋ 8 ਨਹੀਂ 4 ਕਰੋੜ ਮੰਨ ਲਈਏ, ਫਿਰ ਇੰਨੀ ਹੋ ਸਕਦੀ 4 ਕਰੋੜ ਪਤਾ ਕਿੰਨਾ ਹੁੰਦਾ? ਓ ਮਾਈ ਗॉड, ਪਤਾ ਕਿੰਨਾ ਪੈਸਾ ਹੁੰਦਾ 4 ਕਰੋੜ? 4 ਕਰੋੜ ਤਾਂ ਸਾਡੇ ਇੱਥੇ ਪ੍ਰਾਈਮ ਮਿਨਿਸਟਰ ਨੂੰ ਨਹੀਂ ਮਿਲਦਾ। 4 ਕਰੋੜ ਤੋਂ ਮੇਰੇ ਖਿਆਲ ਅੱਧਾ ਤਾਂ ਮਿਲਦਾ ਸਾਡੇ ਪ੍ਰਾਈਮ ਮਿਨਿਸਟਰ ਨੂੰ। ਤੁਸੀਂ ਕਹਿੰਦੇ ਵੀ ਮੇਰੀ ਤਨਖਾਹ ਪ੍ਰਾਈਮ ਮਿਨਿਸਟਰ ਜ਼ਿਆਦੀ ਆ। ਇੱਕ ਹੋਰ ਮੈਂ ਗੱਲ ਕਹਿਣੀ ਚਾਹੁੰਦਾ, ਯੂਕੇ ਵਿੱਚ ਜੇ ਤੁਸੀਂ ਚੈਰਿਟੀ ਰਨ ਕਰਦੇ ਨਾ ਤੇ ਤੁਹਾਡੀ ਤਨਖਾਹ 60,000 ਤੋਂ ਜ਼ਿਆਦੀ ਆ, ਤੁਹਾਨੂੰ ਚੈਰਿਟੀ ਕਮਿਸ਼ਨ ਜਿਹੜੀ ਇੱਥੇ ਸਰਕਾਰ ਦੀ ਆਰਗੇਨਾਈਜੇਸ਼ਨ ਚੈਰਿਟੀਆਂ ਨੂੰ ਦੇਖਦੀ ਆ, ਉਹਨਾਂ ਨੂੰ ਲਿਖ ਕੇ ਆਪਣੇ ਵਕੀਲ ਨੂੰ ਦੇਣਾ ਪੈਂਦਾ, ਪਰ ਤੁਸੀਂ ਕਿਉਂ ਇਹ ਬੰਦੇ ਨੂੰ 60,000 ਤੋਂ ਜ਼ਿਆਦੀ ਤਨਖਾਹ ਦਿੰਦੇ? ਸਾਡੇ ਕੋਲ ਨਹੀਂ ਅਸੀਂ ਕੋਈ ਕਰ ਰਹੇ। ਮੇਰੀ ਤਨਖਾਹ 40,000 ਸਾਲ ਦੀ ਆ। ਪਹਿਲਾਂ 10 ਸਾਲ ਕੋਈ ਤਨਖਾਹ ਨਹੀਂ, ਧੱਕੇ ਖਾਦੇ, ਦੁਨੀਆ ਜਾ ਕੇ ਰੈਕੋਰਡ ਬਣਾਇਆ, ਸਾਰੇ ਪਾਸੇ ਟਰਸਟ ਬਣਾਇਆ ਦੁਨੀਆ ਤੇ, ਧੱਕੇ ਖਾ ਕੇ ਬਾਲਟੀਆਂ ਚੱਕ ਕੇ ਖਾਲਸਾ ਬਣਾਈ ਆ। ਸਾਡੇ ਕੋਲ ਕੋਈ ਮਿਲੀਅਨ ਨਹੀਂ ਸੀਗਾ, ਕੋਈ ਬਾਬਾ ਨਹੀਂ ਸੀ, ਕੋਈ ਨਹੀਂ ਸਾਡੇ ਕੋਲ ਸੀਗਾ ਜਿਸ ਤਰ੍ਹਾਂ ਕਿ ਆਹ ਲਓ ਜੀ 2-3 ਮਿਲੀਅਨ ਪਾਉਂਡ ਤੁਸੀਂ ਖੋਲੋ ਸੰਸਥਾ। ਅਸੀਂ ਆਪੇ ਹੀ ਸਾਰੀ ਸ਼ੁਰੂ ਤੋਂ ਜਦੋਂ ਆਪਣੇ ਟਾਈਮ ਫੈਮਿਲੀ ਦਾ ਕੱਢਿਆ, ਬੱਚੇ ਨਿੱਕੇ ਹੁੰਦੇ, ਬੇਬੀਆਂ, ਬਾਹਰ ਜਾਈ ਜਾਣਾ, ਟਾਈਮ ਨਹੀਂ ਕੱਢਣਾ, ਉਹਦੀ ਕੋਈ ਗੱਲ ਨਹੀਂ ਕਰਨੀ ਚਾਹੁੰਦਾ। ਖਾਲਸਾ ਜੀ ਇੱਕ ਜੀ ਬਿਲਕੁਲ ਠੀਕ। ਖਾਲਸਾ ਜੀ ਮਤਲਬ ਤੁਹਾਡੇ ਕੋਲ ਇੱਕ ਵਿਜ਼ਨ ਸੀਗਾ, ਤੁਸੀਂ ਇੱਕ ਵਧੀਆ, ਤੁਹਾਡੇ ਕੋਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕ ਦਿਮਾਗ ਦੀ ਬਖਸ਼ਿਸ਼ ਆ, ਤੁਸੀਂ ਕੋਈ ਵਧੀਆ ਨੌਕਰੀ ਵੀ ਕਰ ਸਕਦੇ ਸੀ। ਤੁਸੀਂ ਇਹ ਕਿਹੜੇ ਚੱਕਰਾਂ 'ਚ ਪੈ ਗਏ? ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਉੱਥੋਂ ਦੇ ਬੱਚਿਆਂ ਦਾ, ਔਰਤਾਂ ਦਾ ਧਿਆਨ ਰੱਖਣ ਵਾਲੇ ਚੱਕਰਾਂ 'ਚ ਐਵੇਂ ਹੁਣ ਇਲਜ਼ਾਮ ਵੀ ਲੱਗਦੇ ਆ, ਹੁਣ ਸਫਾਈਆਂ ਦਿੰਦੇ ਫਿਰਦੇ ਹੋ, ਤੇ ਕਿਉਂ ਨਾ ਤੁਸੀਂ ਇੱਕ ਵਧੀਆ ਨੌਕਰੀ ਕੀਤੀ ਸਾਈਡ ਤੇ?
ਨਹੀਂ ਕਿਉਂਕਿ ਕਰਦੇ ਸੀਗੇ ਉਸ ਵੇਲੇ ਚੰਗੀ ਨੌਕਰੀ। ਮੇਰਾ ਬੌਸ ਇੱਥੇ ਹਾਂਜੀ। ਥੋੜੇ ਲਾਗੇ ਰਹਿੰਦਾ ਆ। ਹੂੰ। ਤੇ ਪ੍ਰੋਬਲਮ ਆਉਂਦੀ ਸੀਗੀ ਜਦੋਂ 84 ਹੋਇਆ ਸਾਨੂੰ, ਅਸੀਂ ਹੁਣ ਜਿਹੜੇ ਕੋਈ ਸੋਚਣ ਵਾਲੀ ਗੱਲ ਆ, ਜਦੋਂ ਜੀ। 84 ਹੋਇਆ ਅਸੀਂ ਕਹਿੰਦੇ ਸਾਡੀ ਕੋਈ ਗੱਲ ਨਹੀਂ ਸੁਣਦਾ, ਸਾਨੂੰ ਹੂੰ। ਕਿਉਂ ਨਹੀਂ ਸਾਡੀ ਕੋਈ ਗੱਲ ਸੁਣਦਾ, ਸਾਡੇ ਉੱਪਰ ਕੀ ਹੋ ਰਿਹਾ, ਪਹਿਲਾਂ ਜੂਨ ਦੇ ਵਿੱਚ ਫਿਰ ਨਵੰਬਰ ਦੇ ਵਿੱਚ ਕਿਉਂ ਹੂੰ। ਨਹੀਂ ਸਾਡੇ ਕੋਲ ਪੁੱਛਦਾ ਪਈ ਤੁਸੀਂ ਕੌਣ ਹੈ, ਕੌਣ ਕਿਹਨੂੰ ਪਛਾਣ ਸੀ ਸਿੱਖ ਕੌਣ ਆ, ਅਸੀਂ ਆਪਸ ਵਿੱਚ ਹੀ ਰਹਿ ਗਏ, ਸਾਨੂੰ ਅਸੀਂ ਦੱਸ ਨਹੀਂ ਸਕੇ ਭਈ ਅਸੀਂ ਕੌਣ ਆ। ਜੇ ਕੋਈ ਬਾਹਰਲਾ ਦੇਖਦਾ ਦੇਸਾਂ ਪ੍ਰਦੇਸਾਂ ਕਹਿੰਦਾ ਆਪਸ ਵਿੱਚ ਲੜੀ ਜਾਂਦੇ ਆ, ਸਾਰੇ ਇੰਡੀਅਨ ਨਾਲ ਲੜੀ ਜਾਂਦੇ, ਇਹਨੂੰ ਕੋਈ ਫਰਕ ਨਹੀਂਗਾ, ਕੋਈ ਨਹੀਂ, ਸਿਰਫ ਇਹਨਾਂ ਦੀ ਇੰਟਰਨਲ ਪ੍ਰੋਬਲਮ ਆ। ਉਹਨੂੰ ਪਤਾ ਨਹੀਂ ਵੀ ਅਸੀਂ ਇੱਕ ਹੋਰ ਧਰਮ ਆ, ਸਾਡੇ ਕਿੰਨੇ ਝੂਠੇ ਮੁਕਾਬਲੇ ਹੋਏ ਆ, ਸਾਡੇ ਨੌਜਵਾਨ ਮੁੜ ਕੇ ਘਰ ਵੀ ਵਾਪਸ ਆਏ, ਤਸ਼ੱਦਦ ਕਿੰਨੇ ਉਹਦੇ ਮਾਪਿਆਂ ਉੱਪਰ ਹੋਏ, ਕਿਸੇ ਨੂੰ ਪਤਾ ਨਹੀਂ ਲੱਗਾ, ਕਿਉਂਕਿ ਅਸੀਂ ਉਹ ਗੱਲ ਸੇਵਾ ਵੀ ਗੱਲ ਵੀ ਸਾਰਾ ਕੁਝ ਕੰਧਾਂ ਦੇ ਵਿੱਚ ਹੀ ਰੱਖਿਆ, 4 ਕੰਧਾਂ ਦੇ ਵਿੱਚ। ਹੁਣ ਜੇ ਤੁਸੀਂ ਦੁਨੀਆ ਦੇ ਵਿੱਚ ਜਾ ਕੇ ਤੁਸੀਂ ਦੱਸੋਗੇ, ਤੁਸੀਂ ਸੇਵਾ ਕਰੋਗੇ, ਤੁਸੀਂ ਜਾ ਕੇ ਕਹਿ ਲਓ ਭਈ ਜਾ ਕੇ ਕਿਸੇ ਦਾ ਹੋਰ ਵੀ ਦੁੱਖ ਦਰਦ ਪੁੱਛੋਗੇ, ਉਹ ਤੁਹਾਡਾ ਵੀ ਕੋਈ ਪੁੱਛੂਗਾ। ਇਹ ਥੋੜਾ ਭਈ ਅਸੀਂ ਭਈ ਇੱਕ ਪਾਸੇ ਕਹੀ ਜਾਣਾ ਸਾਡੀ ਕੋਈ ਗੱਲ ਨਹੀਂ ਸੁਣਦਾ, ਦੂਜੇ ਪਾਸੇ ਕਹਿਣਾ ਭਈ ਨਹੀਂ ਤੁਸੀਂ ਬਾਹਰ ਨਾ ਕਿਤੇ ਜਾਓ, ਬਸ ਉੱਥੇ ਹੀ ਰਹੋ। ਤੋਂ ਸਾਨੂੰ ਵੀ ਸੋਚਣਾ ਪੈਣਾ ਅਸੀਂ ਕੌਣ ਆ। ਜੇ ਗੁਰੂ ਨਾਨਕ ਸਾਹਿਬ ਜੀ ਦੇਖੋ ਸਾਰੀ ਦੁਨੀਆ ਘੁੰਮੀ ਆ, ਜਿੱਥੇ ਜਿੱਥੇ ਗਏ, ਨੇਪਾਲ ਗਏ, ਇਰਾਕ, ਉੱਥੇ ਸੇਵਾ ਚੱਲਦੀ ਆ। ਉਹੀ ਸੀ ਨਾ ਮਕਸਦ ਵੀ ਸਰਬੱਤ ਦੇ ਭਲੇ ਦਾ। ਹੁਣ ਕਈ ਸਾਨੂੰ ਕਹਿੰਦੇ ਵੀ ਸਰਬੱਤ ਦਾ ਭਲਾ ਪੁਰਾਣਾ ਮੈਸੇਜ ਆ, ਇਹਦਾ ਮਤਲਬ ਅਸੀਂ ਸਿੱਖੀ ਸਿਧਾਂਤ ਬਦਲ ਲਈਏ ਹੁਣ। ਤੇ ਸਾਨੂੰ ਵੀ ਸੋਚਣਾ ਵਾ ਅਸੀਂ ਕੌਣ ਆ। ਅੱਜ ਕੱਲ੍ਹ ਦੁਨੀਆ ਦੇ ਵਿੱਚ ਇਨਸਾਨੀਅਤ ਦੀ ਬਹੁਤ ਵੱਡੀ ਲੋੜ ਆ, ਹਰ ਪਾਸੇ ਜੰਗ ਲੱਗੀ, ਲੜਾਈ ਲੱਗੀ, ਨਫ਼ਰਤ ਆ, ਇੱਕ ਦੂਜੇ ਨੂੰ ਢਾਉਣਾ। ਜੇ ਤੁਸੀਂ ਜਾ ਕੇ ਲੰਗਰ ਛਕਾਤਾ, ਹੁਣ ਕਈ ਮੈਨੂੰ ਕਹਿਣ ਲੱਗ ਪਏ ਲਓ ਜੀ ਲੰਗਰ ਵਾਲੇ ਬਣ ਗਏ, ਚਲੋ ਠੀਕ ਆ, ਅਸੀਂ ਲੰਗਰ ਵਾਲੇ ਬਣ ਗਏ। ਲੰਗਰ ਦਾ ਮਤਲਬ ਕੀ ਆ ਦੇਖੋ, ਹੁਣ ਗੋਰੇ ਵੀ ਕਹਿੰਦੇ ਹੁੰਦੇ ਨਾ, ਕ੍ਰਿਸਚੀਅਨ ਵੀ ਕਹਿੰਦੇ ਵੀ ਜੇ ਇਫ ਯੂ ਕੈਨ ਬ੍ਰੇਕ ਬ੍ਰੈਡ ਟੁਗੇਦਰ, ਜੇ ਇਕੱਠੇ ਤੁਸੀਂ ਖਾ ਸਕਦੇ ਆ, ਇਕੱਠੇ ਜੀ ਵੀ ਸਕਦੇ ਆ। ਹੁਣ ਲੰਗਰ ਦਾ ਇਹ ਆ, ਲੰਗਰ ਕੱਲਾ ਖਾਣਾ ਨਹੀਂਗਾ, ਲੰਗਰ ਇੱਕ ਜਦੋਂ ਤੁਸੀਂ ਛਕਾਉਨੇ ਆ, ਤੁਸੀਂ ਉਹਨੂੰ ਇੱਕ ਤਾਕਤ ਦਿੰਦੇ ਆ ਅੰਦਰੋਂ, ਉਹ ਭਈ ਤੁਸੀਂ ਖੜੇ ਹੋਵੋ, ਉੱਠੋ, ਆਪਣਾ ਕੰਮ ਕਰੋ, ਅਸੀਂ ਤੁਹਾਡੇ ਨਾਲ ਆ, ਤੁਹਾਨੂੰ ਅਸੀਂ ਲੰਗਰ ਛਕਾ ਰਹੇ ਆ। ਇਹਦੇ ਵਿੱਚ ਇੱਕ ਪਿਆਰ ਦਾ, ਇਹਦੇ ਵਿੱਚ ਇੱਕ ਕਹਿ ਲਓ ਬਰਾਬਰਤਾ ਦਾ, ਇਕੁਆਲਿਟੀ ਦਾ, ਬ੍ਰਦਰਹੁੱਡ ਦਾ ਬਹੁਤ ਮੈਸੇਜ ਆ ਲੰਗਰ ਦਾ। ਕੱਲਾ ਇਹ ਨਹੀਂ ਵੀ ਜਾ ਕੇ ਖਾਣਾ ਛਕਾਤਾ। ਇਹ ਕੋਈ ਬੈਠਾ ਹੋਵੇ ਉੱਥੇ, ਤੁਸੀਂ ਭੁੱਖੇ ਹੋਗੇ ਰੋਡ ਤੇ ਤੁਹਾਡੇ ਕੋਲ ਆ ਕੇ ਕਿਸੇ ਨੇ ਖਾਣਾ ਸਿੱਟ ਦਿੱਤਾ, ਜਾਂ ਤੁਹਾਨੂੰ ਆ ਕੇ ਥੋੜਾ ਜਿਹਾ ਆ ਕੇ ਬੈਠੂਗਾ ਤੁਹਾਡੇ ਕੋਲ ਆ ਕੇ, ਤੁਹਾਡਾ ਦੁੱਖ ਸੁੱਖ ਸੁਣੂਗਾ, ਤੁਸੀਂ ਕੌਣ ਆ, ਤੁਸੀਂ ਕਹੋਗੇ ਰਿਫਿਊਜੀ ਆ, ਅਸੀਂ ਉੱਥੋਂ ਆਏ, ਤੁਹਾਨੂੰ ਵੀ ਮਹਿਸੂਸ ਹੁੰਦਾ ਵੀ ਸਾਡਾ ਕੋਈ ਸੁਣਦਾ ਦੁੱਖ ਸੁੱਖ। ਹੁਣ ਸਾਡਾ ਕੋਈ ਦੁੱਖ ਸੁੱਖ ਕੌਣ ਸੁਣੂਗਾ ਜੇ ਉਹਨੂੰ ਪਤਾ ਨਹੀਂ ਸੀ ਕੌਣ ਆ। ਅੱਛਾ ਭਾਈ ਸਾਹਿਬ, ਤੁਸੀਂ ਜਦੋਂ ਡੋਨੇਸ਼ਨਸ ਆਉਂਦੀਆਂ ਨੇ, ਇਹ ਸਿਰਫ ਸਿੱਖਾਂ ਵੱਲੋਂ, ਪੰਜਾਬੀਆਂ ਵੱਲੋਂ ਆਉਂਦੀਆਂ ਨੇ, ਜਾਂ ਫਿਰ ਗੈਰ ਸਿੱਖਾਂ ਜਾਂ ਗੈਰ ਪੰਜਾਬੀਆਂ ਵੱਲੋਂ ਵੀ ਆਉਂਦੀਆਂ ਨੇ? ਡੋਨੇਸ਼ਨ ਮੈਜੋਰਿਟੀ ਤਾਂ ਸਿੱਖਾਂ ਤੋਂ ਆਉਂਦੀਆਂ, ਪਰ ਜਿਹੜੀ ਸਾਡੀ ਲਾਰਜੈਸਟ ਡੋਨੇਸ਼ਨ ਆਈ ਆ ਪਿਛਲੇ ਸਾਲ, ਪਿਛਲੇ 23 ਸਾਲ ਤੋਂ ਜਦੋਂ ਖਾਲਸਾ ਸ਼ੁਰੂ ਹੋਈ ਆ, ਉਹ ਆਈ ਆ ਇੱਥੋਂ ਦੁਨੀਆ ਦੇ ਨੰਬਰ 1 ਨੋਵਲਿਸਟ, ਜਿਹੜੀ ਹੈਰੀ ਪੋਟਰ ਦੀ ਨੋਵਲਿਸਟ ਹੈ, ਜਿਹਨੇ ਹੈਰੀ ਪੋਟਰ ਕਿਤਾਬਾਂ ਲਿਖੀਆਂ। ਅੱਛਾ ਜੀ। ਉਹ ਵੀ ਗੋਰੀ ਆ, ਉਹਨੇ ਲੱਖਾਂ ਤੋਂ ਲੱਖ ਦਿੱਤੇ ਖਾਲਸਾ ਏਡ ਨੂੰ ਪਿਛਲੇ ਸਾਲ ਇੱਥੇ UK ਵਿੱਚ। ਤੇ ਇਹਦੇ ਵਿੱਚ ਇਹ ਵੀ ਮੈਂ ਕਹਿਣਾ ਚਾਹੁੰਦਾ, ਜਦੋਂ ਇਦਾਂ ਦਾ ਵੱਡਾ ਦੁਨੀਆ ਦਾ ਕੋਈ ਨੋਵਲਿਸਟ ਪੈਸੇ ਦਿੰਦਾ ਨਾ, ਉਹਨਾਂ ਦੇ ਨਾਲ ਹੁੰਦੇ ਬਹੁਤ ਵਕੀਲ ਹੁੰਦੇ ਆ, ਉਹ ਤੁਹਾਡੀ ਜੋ ਨਾ ਜਥੇਬੰਦੀ ਚੈੱਕ ਕਰਦੇ ਭਈ ਤੁਹਾਡੀ ਅਕਾਊਂਟ ਵੀ ਠੀਕ ਆ, ਤੁਸੀਂ ਵੀ ਠੀਕ ਆ, ਤੁਹਾਡੀ ਗਵਰਨੈਂਸ ਵੀ ਠੀਕ ਆ, ਤੁਹਾਡੀ ਟ੍ਰਾਂਸਪੇਰੈਂਸੀ ਠੀਕ ਆ, ਇਹ ਕਿੱਦਾਂ ਦੀ ਜਥੇਬੰਦੀ ਆ, ਫੇਰ ਤੁਹਾਨੂੰ ਪੈਸੇ ਦਿੰਦੇ ਉਹ। ਤੇ ਤੁਸੀਂ ਮੰਨੋਗੇ ਨਾ, ਜਦੋਂ ਸਾਨੂੰ ਪੈਸੇ ਦੇ ਦਿੱਤੇ ਤਾਂ ਪਬਲਿਕਲੀ ਆ ਗਿਆ, ਇੰਡੀਆ ਤੋਂ ਚਿੱਠੀਆਂ ਪਾਈਆਂ ਉਹਨਾਂ ਨੇ ਉਹਨੂੰ, ਭਈ ਤੁਸੀਂ ਪੈਸੇ ਲੈ ਲਓ, ਇਹ ਅੱਤਵਾਦੀ ਆ। ਅੱਛਾ। ਹਾਂ, ਉਹਨਾਂ ਚਿੱਠੀਆਂ ਪਾਈਆਂ ਉਹਨਾਂ ਨੂੰ, ਪਰ ਉਹ ਸਮਝਦਾ ਸੀ ਇੱਥੇ, ਉਹ ਥੋੜਾ ਕੋਈ ਸਮਝਦਾ ਨਹੀਂ, ਪਰ ਉਹਨਾਂ ਦੀ ਟੀਮ ਨੇ ਜਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਖਾਲਸਾ ਏਡ ਨੂੰ ਹੀ ਕਿਉਂ ਚੂਜ਼ ਕੀਤਾ, ਜਾਂ ਕਿਉਂ ਚੈਰਿਟੀ ਦਿੱਤੀ, ਜਾਂ ਕਿੱਥੋਂ ਸੁਣਿਆ ਉਹਨਾਂ ਖਾਲਸਾ ਏਡ ਬਾਰੇ? ਹਾਂਜੀ, ਉਹ ਕਹਿੰਦੇ ਭਈ ਖਾਲਸਾ ਏਡ ਪਹਿਲਾਂ ਹੀ ਚੈੱਕ ਕੀਤਾ ਸਾਰਾ ਕੰਮ। ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ, 2016 ਦੇ ਵਿੱਚ ਅਸੀਂ, ਸਾਡਾ ਨਿੱਕਾ ਜਿਹਾ ਆਫਿਸ ਹੁੰਦਾ ਸੀਗਾ 15-16 ਵਿੱਚ, ਤੇ 2014 ਵਿੱਚ ਹੜ੍ਹ ਆਏ ਸੀ ਇੱਥੇ UK ਵਿੱਚ, ਅਸੀਂ ਉੱਥੇ ਮਦਦ ਕੀਤੀ ਸੀ। ਤੇ ਸਾਲ ਬਾਅਦ ਮੈਂ ਆਫਿਸ ਦੇ ਵਿੱਚ, ਸਾਡੇ ਉੱਥੇ ਕੁੜੀ ਕੰਮ ਕਰਦੀ, ਚਿੱਠੀ ਮੈਨੂੰ ਦਿੱਤੀ, ਕਹਿੰਦੀ ਭਾਜੀ ਚਿੱਠੀ ਦੇਖੋ। ਮੈਂ ਜਦੋਂ ਚਿੱਠੀ ਪੜ੍ਹੀ ਆ, ਮੇਰੇ ਜਿੱਦਾਂ ਭਈ ਥੋੜਾ ਰੋਣ ਜਿਹਾ ਆ ਗਿਆ। ਉਹਦੇ ਵਿੱਚ ਚਿੱਠੀ 10,000 ਪਾਉਂਡ ਦਾ ਚੈੱਕ ਸੀਗਾ। ਉਹ ਗੋਰੇ ਨੇ ਚਿੱਠੀ ਪਾਈ ਸੀਗੀ ਭਈ ਤੁਸੀਂ ਸਾਡੇ ਇਲਾਕੇ ਵਿੱਚ ਜਦੋਂ ਹੜ੍ਹ ਸੀਗੇ, ਮੇਰੀ ਮੰਮੀ ਸੀ ਇੱਥੇ, ਤੁਸੀਂ ਉਹਨੇ ਹੈਲਪ ਕੀਤੀ ਸੀਗੀ, ਤੇ ਮੇਰੀ ਸਿਸਟਰ ਨੇ ਕਦੀ ਭੁੱਲਿਆ ਨੀਗਾ, ਉਹ ਹੁਣ ਵਿਚਾਰੀ ਬਿਮਾਰੀ ਨਾਲ ਪੂਰੀ ਹੋ ਗਈ ਆ, ਉਹਨੇ ਆਪਣੇ ਲਾਸਟ ਵਿਲ ਦੇ ਵਿੱਚ ਤੁਹਾਨੂੰ 10,000 ਪਾਉਂਡ ਛੱਡ ਕੇ ਗਈ ਖਾਲਸਾ ਏਡ ਨੂੰ। ਇੱਥੋਂ 150 ਮੀਲ ਹੈ ਇੱਥੋਂ ਗੋਰਿਆਂ ਦਾ ਏਰੀਆ। ਤੋਂ
ਉਹ ਜਦੋਂ ਤੁਸੀਂ ਪਿਆਰ ਦਓਗੇ ਪਿਆਰ ਤੁਹਾਨੂੰ ਮਿਲੂਗਾ। ਮਿਲੂਗਾ, ਹੁਣ ਇੱਕ ਇੱਥੇ ਬਿਲਕੁਲ। ਨਿੱਕਾ ਜਿਹਾ ਪਿੰਡ ਆ ਯੂਕੇ ਵਿੱਚ, ਜਿਹਦੇ ਇੱਕ ਚਰਚ ਆ, ਚਰਚ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਹੀ ਚਰਚ ਆ ਮੇਰਾ ਖਿਆਲ ਹੋਣੀ, ਸ਼ਾਇਦ ਮੈਂ ਗਲਤ ਹੋਊਂਗਾ, ਜਿਹਦੇ ਵਿੱਚ ਹਰਮੰਦਰ ਸਾਹਿਬ ਦੀ ਫੋਟੋ ਲਾਈ ਹੋਈ ਆ। ਉਹਨੇ ਲਾਈ ਉਹ ਫੋਟੋ ਤੇ ਅਸੀਂ ਭੁੱਲਾਂਗੇ ਸਾਡੇ ਸਿੱਖ ਭਰਾ ਆਏ ਸੀ ਸਾਡੀ ਮਦਦ ਕਰਨ। ਅੱਛਾ ਜੀ। ਸੋ ਸਿੱਖਾਂ ਬਾਰੇ ਅਸੀਂ ਇੱਥੇ ਜਿੰਨੀ ਮਦਦ ਕੀਤੀ ਆ ਸਾਰਿਆਂ ਨੂੰ ਪਤਾ, ਇੱਥੇ ਫੁੱਟਬਾਲਰਸ ਨੂੰ ਪਤਾ, ਇੱਥੇ ਸੈਲੀਬ੍ਰਿਟੀਜ਼ ਨੂੰ ਪਤਾ, ਇਹ ਕਰਕੇ ਸਾਨੂੰ ਡੋਨੇਸ਼ਨ ਕਰ ਰਹੇ ਆ। ਇਹ ਨਹੀਂ ਪਈ ਅਸੀਂ ਕੁਝ ਮੰਗਦੇ, ਅਸੀਂ ਕਦੀ ਨਹੀਂ ਕੁਝ ਮੰਗਿਆ, ਉਹ ਆਪੇ ਹੀ ਦੇ ਰਹੇ ਆ। ਅੱਛਾ, ਫਿਰ ਜਿਹੜਾ ਇੱਕ ਰੌਲਾ ਉੱਠਦਾ ਆ ਹੁਣ, ਕਿੰਨਾ ਮੁੱਲ ਉੱਠਦਾ ਤੁਸੀਂ ਬਿਹਤਰ ਜਾਣਦੇ ਹੋ ਕਿ ਖਾਲਸਾ ਏਡ ਦੇ ਵਿੱਚ ਜੀ ਪੈਸੇ ਖਾਧੇ ਜਾਂਦੇ ਨੇ ਜਾਂ ਖਾਲਸਾ ਏਡ ਪੈਸੇ ਖਾਂਦੀ ਆ? ਜਿਵੇਂ ਤੁਹਾਡੀ ਤਨਖਾਹ ਬਾਰੇ ਉੱਡਿਆ ਸੀ ਕਿ 8 ਕਰੋੜ ਰੁਪਈਆ ਤਨਖਾਹ ਆ, ਇਹ ਫਿਰ ਸਾਰੇ ਰੌਲਿਆਂ ਪਿੱਛੇ ਜਾਂ ਇਹ ਸਾਰਿਆਂ ਪਿੱਛੇ ਫਿਰ ਕੀ ਤੁਹਾਨੂੰ ਲੱਗਦਾ ਕਿ ਕਿਉਂ ਸਾਰਾ ਕੁਝ ਹੋ ਰਿਹਾ ਇੱਦਾਂ ਜੀ, ਜਾਂ ਕਿੱਥੋਂ ਇਹ ਰੌਲਾ ਉੱਗਦਾ? ਇੱਥੋਂ ਗੱਲ ਸ਼ੁਰੂ ਹੁੰਦੀ ਹੈ ਜਦੋਂ ਖਾਲਸਾ ਸ਼ੁਰੂ ਹੋਈ 99 ਵਿੱਚ। ਉਦੋਂ ਮੇਰੇ ਸਾਥੀ ਨਾਲ ਸੀਗੇ, ਮੈਂ ਕਿਹਾ ਅਸੀਂ 10 ਸਾਲ ਪੰਜਾਬ ਤੋਂ ਬਾਹਰ ਸੇਵਾ ਕਰਨੀ ਆ, ਫਿਰ ਪੰਜਾਬ ਬਣਾਂਗੇ। ਕਿਉਂਕਿ ਉਸ ਵੇਲੇ ਕਈ ਲੋਕਾਂ ਨੇ ਬਦਨਾਮ ਕੀਤਾ ਭਈ ਦੇਖੋ ਸ਼ਹੀਦਾਂ ਦੇ ਪੈਸੇ ਇਕੱਠੇ ਕਰਕੇ ਜਾਂ ਕੁਝ ਹੋਰ ਪੈਸੇ ਇਕੱਠੇ ਕਰਕੇ ਪੰਜਾਬ ਲਾਉਣੇ। ਉਸ ਵੇਲੇ ਬਹੁਤ ਹੀ ਘੱਟ ਟਰਸਟ ਸੀਗਾ, ਲੋਕਾਂ ਦੇ ਯਕੀਨ ਸੀਗਾ ਕਿ ਪੰਜਾਬ ਕੁਝ ਕਰੂਗੇ ਜਾ ਕੇ, ਕਿ ਲੋਕਾਂ ਦੇ ਪੈਸੇ ਬਹੁਤ ਖਾ ਲਏ। ਫਿਰ ਅਸੀਂ ਬਾਹਰ ਜਾ ਕੇ 10 ਸਾਲ ਸੇਵਾ ਕੀਤੀ ਆਪਣੀ ਜੜ੍ਹਾਂ ਬਣਾਉਣ ਲਈ। ਸਾਨੂੰ ਪਤਾ ਸੀਗਾ ਭਈ ਜਦੋਂ ਅਸੀਂ ਪੰਜਾਬ ਬਣਨਾ, ਕਿਸੇ ਨੂੰ ਅਸੀਂ ਚੁੱਭਾਂਗੇ, ਉਹਨਾਂ ਨੇ ਸਾਡੀਆਂ ਜੜ੍ਹਾਂ ਪੁੱਟਣ ਦੀ ਕੋਸ਼ਿਸ਼ ਕਰਨੀ ਆ। ਉਹ ਜਿਹੜੇ 10 ਸਾਲ ਅਸੀਂ 10 ਸਾਲ ਬਾਅਦ ਬੜੇ ਪੰਜਾਬ ਦੇ ਵਿੱਚ ਦੁਨੀਆ ਦਾ ਮੜਿਆ ਟਰਸਟ ਬਣਾ ਕੇ ਧੱਕੇ ਖਾ ਕੇ, ਹੁਣ ਉਹ ਲੱਗਦਾ ਪਤਾ ਵੀ ਕਿਉਂ ਅਸੀਂ ਪਹਿਲਾਂ ਨਹੀਂ ਬੜੇ ਸੀਗੇ। ਜੋ ਬੰਦੇ ਜਿਹਨੂੰ ਅਸੀਂ ਚੁੱਭਦੇ, ਕਿਹਨੂੰ ਚੁੱਭਦੇ, ਅਸੀਂ ਉਹਨੂੰ ਚੁੱਭਦੇ ਆ ਜਿਹੜੀ ਖਾਲਸਾ ਏਡ ਦੇਖਦੀ ਪਈ ਖਾਲਸਾ ਏਡ ਜ਼ਿਆਦਾ ਪਪੂਲਰ ਹੋ ਜਾਂਦੀ ਆ। ਜਿਹਨਾਂ ਦੇ ਪੰਜਾਬ ਜਥੇਬੰਦੀਆਂ ਹੋਣ ਜਾਂ ਕੋਈ ਉੱਥੇ 47 ਤੋਂ ਪਹਿਲਾਂ 47 ਮਗਰੋਂ ਜਥੇਬੰਦੀਆਂ ਜਿਹੜੀਆਂ ਆਪਣੀਆਂ ਸਿੱਖਾਂ ਦੀਆਂ, ਜਾਂ ਕੋਈ ਪੋਲੀਟੀਕਲ ਜਿਹੜੇ ਮਾਸਟਰ ਜਿਹੜੇ ਪੰਜਾਬ ਦੇ ਉੱਪਰ ਰਾਜ ਕੀਤਾ, ਰਾਜ ਕਰ ਰਹੇ ਆ, ਉਹਨਾਂ ਨੂੰ ਚੁੱਭਣੀ ਖਾਲਸਾ। ਕਿਉਂਕਿ ਮੈਂ ਪਰਸਨਲੀ ਨਾ ਅਸੀਂ ਆਪਣੇ ਮਹਿਲ ਪਾਏ ਆ, ਨਾ ਆਪਣੀਆਂ ਜਾਇਦਾਦਾਂ ਬਣਾਈਆਂ, ਨਾ ਅਸੀਂ ਆਪਣੇ ਪਰਿਵਾਰਾਂ ਨੂੰ ਨੌਕਰੀਆਂ ਵੱਡੀਆਂ ਵੱਡੀਆਂ ਇੱਥੇ ਦਿੱਤੀਆਂ, ਤੁਸੀਂ ਆ ਕੇ ਦੇਖ ਲਿਓ, ਨਾ ਅਸੀਂ ਇੱਥੋਂ ਕਹਿ ਲਓ ਭਈ ਆਪਣੇ ਪਰਿਵਾਰਾਂ ਨੇ ਵੱਡੀਆਂ ਇੱਥੇ ਕੋਠੀਆਂ ਪਾਈਆਂ, ਕੁਛ ਨਹੀਂ ਆਪਣੇ ਲਈ ਬਣਾਇਆ। ਅਸੀਂ ਆਪਣੇ ਇੱਕ ਪੰਥ ਲਈ ਇੱਕ ਸੰਸਥਾ ਬਣਾਈ ਆ, ਉਹ ਚੁੱਭਦੀ ਆ। ਇੱਕ ਪਾਸੇ ਸੰਗੀਆਂ ਨੂੰ ਚੁੱਭਦੀ ਆ ਕਿਉਂਕਿ ਅਸੀਂ ਚੈਲੰਜ ਕਰਦੇ ਉਹਨਾਂ ਨੂੰ, ਦੂਜੇ ਪਾਸੇ ਆਪਣੀ ਜਥੇਬੰਦੀ ਜਿਹੜੀ ਪਈ ਜਾਂ ਪੋਲੀਟੀਸ਼ੀਅਨਸ ਆ ਜਿਹੜੇ ਦੇਖਦੇ ਪਈ ਖਾਲਸਾ ਮੜੀ ਜ਼ਿਆਦਾ ਪਪੂਲਰ ਹੋ ਜਾਂਦੀ ਆ, ਸੰਗਤ ਨੂੰ ਜ਼ਿਆਦਾ ਸਪੋਰਟ ਕਰਦੀ, ਥੱਲੇ ਕਿੱਦਾਂ ਲਾਉਣਾ। ਉਹਨਾਂ ਨੇ ਜਿੱਦਾਂ ਬੀਜੇਪੀ ਆਈਟੀ ਸੈੱਲ ਹੁੰਦੇ ਆ, ਆਪਣੇ ਵੀ ਆਈਟੀ ਸੈੱਲ ਹੁੰਦੇ ਇੱਦਾਂ ਦੇ, ਉਹ ਤਾਂ ਜਿਹੜਾ ਸਾਨੂੰ ਵਿੱਚੋਂ ਖਤਰਾ ਆ ਉਹ ਜ਼ਿਆਦਾ ਆ। ਬਾਹਰ ਦੇ ਜਿਹੜੇ ਕਹਿ ਲਓ ਵੀ ਇੰਡੀਆ ਤੋਂ ਜਾਂ ਸਰਕਾਰ ਤੋਂ, ਉਹਨਾਂ ਦੇ ਕਾਨੂੰਨ ਹੁੰਦੇ ਆ ਬਹੁਤ ਟਾਈਟ ਹੁੰਦੇ, ਬਹੁਤ ਸਖਤ ਹੁੰਦੇ। ਹਾਂ, ਜੇ ਗਲਤ ਕਰੋ ਤੁਹਾਨੂੰ ਜੇਲ੍ਹ ਦੇ ਵਿੱਚ ਕੋਈ ਪੰਗਾ ਪਾਓਗੇ। ਜਿਹੜੀ ਜੈਲਸੀ ਹੁੰਦੀ ਆ ਉਹ ਡਿਫਰੈਂਟ, ਉਹ ਤੁਸੀਂ ਡਿਫੀਟ ਨਹੀਂ ਕਰ ਸਕਦੇ ਜੋ ਮਰਜ਼ੀ ਕਰ ਲਓ। ਨਹੀਂ, ਪਰ ਤੁਸੀਂ ਇਹ ਸਾਰੇ ਕੁਝ ਬਾਰੇ ਪਹਿਲਾਂ ਹੀ ਕੈਲਕੂਲੇਟ ਕੀਤਾ ਸੀ? ਤੁਹਾਨੂੰ ਪਹਿਲਾਂ ਤੋਂ ਹੀ ਇਹ ਉਮੀਦ ਸੀ ਕਿ ਇਸ ਤਰੀਕੇ ਨਾਲ ਪੰਜਾਬ ਚੋਂ ਆਵਾਜ਼ਾਂ ਉੱਠਣਗੀਆਂ? ਬਿਲਕੁਲ ਸੀ। ਸਾਡੇ ਸਾਥੀ ਜਿਹੜੇ ਸਾਡੇ ਪੁਰਾਣੇ ਤੁਸੀਂ ਪੁੱਛ ਲਓ, ਅਸੀਂ 10 ਸਾਲ ਮਗਰੋਂ ਬਣਾਂਗੇ ਜੜ੍ਹਾਂ ਬਣਾ ਕੇ। ਮੈਂ ਕਹਿੰਦਾ ਗਾਰੰਟੀ ਕਰਦਾ ਸਾਡੀਆਂ ਜੜ੍ਹਾਂ ਪੱਟਣ ਦੀ ਕੋਸ਼ਿਸ਼ ਕਰੂਗੇ ਪੰਜਾਬ ਤੋਂ ਆਪਣੇ ਬੰਦੇ। ਉਹੀ ਗੱਲ ਹੋ ਰਹੀ, ਬਿਲਕੁਲ ਹੋ ਰਹੀ ਗੱਲ। ਹੁਣ ਇਹ ਨਹੀਂ ਦੇਖਦੇ ਮੈਂ ਕਿੰਨਾ ਬਿਮਾਰ ਆ ਜਾਂ ਸਾਡੀ ਘਰ ਵਾਲੀ ਆ ਮੇਰੀ ਇੰਨੀ ਦੇਖਭਾਲ ਕਰੇ, ਆਪਣਾ ਉਹ ਫੁੱਲ ਟਾਈਮ। ਮੇਰੀ ਘਰ ਵਾਲੀ ਨੈਸ਼ਨਲ ਹੈਲਥ ਸਰਵਿਸ ਦੇ ਸੀਨੀਅਰ ਮੈਨੇਜਰ ਆ, ਪ੍ਰੋਫੈਸ਼ਨਲ ਆ, ਉਹਦੇ ਉੱਪਰ ਵੀ ਅਟੈਕ ਕਰਨ ਲੱਗ ਪਏ। ਪਹਿਲਾਂ ਮੇਰੇ ਤੇ ਨਹੀਂ ਗੱਲ ਬਣੀ, ਉਹਨਾਂ ਉੱਪਰ ਅਟੈਕ ਕਰਨ ਲੱਗ ਪੈਣਾ ਵੀ ਉਹ ਪੈਸੇ ਖਾਂਦੀ, ਇਹ ਕਰਦੀ, ਨਾਲੇ ਉਹ ਮੇਰੀ ਦੇਖਭਾਲ ਕਰਦੀ, ਨਾਲੇ ਆਪਣਾ ਕੰਮ ਕਰਦੀ, ਨਾਲੇ ਇੱਧਰ ਟਰਾਈ ਕਰਦੀ ਸਾਡੀ ਖਾਲਸਾ ਏਡ ਦੇ ਸਾਰੇ ਕਾਨੂੰਨ ਦੇਖਣ ਸਾਰਾ ਠੀਕ ਆ। ਸੋ ਉਹ ਕੋਸ਼ਿਸ਼ ਕਰਦੇ ਭਈ ਰਵੀ ਸਿੰਘ ਨੂੰ ਕਿੱਦਾਂ ਟਾਰਗੇਟ ਕਰੀ ਜਾਈਏ, ਘੜੀ ਪਈ ਇਹਨੂੰ ਢਾ ਲਈਏ। ਹੁਣ ਜੇ ਇਹ ਨਹੀਂ ਪਈ ਬੰਦਾ ਬਿਮਾਰ ਹੋਵੇ, ਉਹਦੀ ਕੋਸ਼ਿਸ਼ ਕਰੀ ਜਾਣੀ ਆ। ਅਸੀਂ ਵੀ ਉਹਦੇ ਢੀਠ ਆ ਕਿਉਂਕਿ ਸਾਡੇ ਕੋਲ ਕੋਈ ਅਸੀਂ ਗਲਤ ਨਹੀਂ ਕੀਤਾ। ਜੇ ਕੋਈ ਖਾਲਸਾ ਕੁਝ ਗਲਤ ਕੀਤਾ ਸਾਨੂੰ ਪੁੱਛੋ ਆ ਕੇ, ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਮਿਲੋ ਆ ਕੇ, ਅਸੀਂ ਕਿਸੇ ਨੂੰ ਰੋਕਿਆ ਥੋੜਾ। ਸਾਡੇ ਜੀ ਭਾਈ ਸਾਹਿਬ, ਸਾਡੇ ਰੈਕੋਰਡ ਚੈੱਕ ਕਰੋ। ਭਾਈ ਸਾਹਿਬ, ਹੁਣ ਅੱਜ ਖਾਲਸਾ ਏਡ ਵੱਡੀ ਇੱਕ ਸੰਸਥਾ ਬਣ ਗਈ ਹੈ, ਬਹੁਤ ਵੱਡੀ ਸੰਸਥਾ ਕਹਿ ਲਈਏ, ਇੱਕ ਤੇ ਵੱਡੀਆਂ ਸੰਸਥਾਵਾਂ ਦੇ ਵਿੱਚ ਹੁਣ ਇਹਦਾ ਨਾਮ ਆਉਣ ਲੱਗ ਗਿਆ। ਤੁਹਾਨੂੰ ਨਹੀਂ ਲੱਗਦਾ ਕਿ ਹੁਣ ਤੁਹਾਨੂੰ, ਤੁਸੀਂ ਆਪਦੀਆਂ ਜਿਵੇਂ ਦੱਸੀਆਂ ਕਿ ਜੜ੍ਹਾਂ ਬਣਾ ਲਈਆਂ ਬਾਹਰ, ਪਰ ਤੁਹਾਨੂੰ ਹੁਣ ਪੂਰਾ ਫੋਕਸ ਜਿਹੜਾ ਪੰਜਾਬ 'ਤੇ ਕਰਨਾ ਚਾਹੀਦਾ ਹੈ? ਕਿਉਂਕਿ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਐਸੇ ਮਸਲੇ ਨੇ ਜਿਹੜੇ ਹੋਰ ਕੋਈ ਸੁਲਝਾਉਣ ਨੂੰ ਤਿਆਰ ਨਹੀਂ। ਬਹੁਤ ਐਸੇ ਗਰੀਬੀ ਰੇਖਾ ਤੋਂ ਵੀ ਹੇਠਾਂ ਪਰਿਵਾਰ ਨੇ ਜਿਹੜੇ ਕਿ ਇੱਕ ਮਤਲਬ ਉਸ ਲੈਵਲ ਦੀ ਜ਼ਿੰਦਗੀ ਬਿਤਾਉਣ ਲਈ ਮਜਬੂਰ ਨੇ। ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ, ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ, ਪੰਜਾਬ ਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ।
ਤੁਹਾਨੂੰ ਲੱਗਦਾ ਨਹੀਂ ਕਿ ਹੁਣ ਸਾਰਾ ਕੁਝ ਛੱਡ ਕੇ ਜਾਂ ਪੰਜਾਬ ਤੇ ਫੋਕਸ ਕਰੀਏ ਕਿ ਪਹਿਲਾਂ ਆਪਦੀ ਇਸ ਮਿੱਟੀ ਨੂੰ ਸੁਧਾਰ ਲਈਏ? ਬਿਲਕੁਲ, ਹੁਣ ਪਿਛਲੇ ਸਾਲ ਤੋਂ ਪਹਿਲਾਂ ਤੋਂ ਮੈਂ ਇਹ ਸੋਚਦਾ ਸੀਗਾ ਵੀ ਹੁਣ ਬਾਹਰ ਜਿੱਦਾਂ ਅਸੀਂ ਕਾਫੀ ਫੋਕਸ ਕੀਤਾ ਆ, ਤੇ ਇੱਥੇ ਜਿਹੜੀ ਯੂਕੇ ਵਿੱਚ ਸਾਡੇ ਜਿਹੜੇ ਨੌਜਵਾਨ ਆ ਕੰਮ ਕਰ ਰਹੇ, ਤੇ ਸਾਡੇ ਜਿਹੜੇ ਬਾਹਰ ਵੀ ਕੋਆਰਡੀਨੇਟਰ ਹੈਗੇ ਆ ਉਹ ਨਹੀਂ ਚੱਕ ਲੈਣਾ ਜਿਹੜਾ ਬਾਹਰਲੇ ਕੰਮ ਚੱਲਦੇ। ਮੈਂ ਫਿਰ ਪਿਛਲੇ ਸਾਲ ਤੋਂ ਦੇਖਦਾ ਵੀ ਪੰਜਾਬ ਪਰਸਨਲੀ ਕਿੱਦਾਂ ਫੋਕਸ ਕਰਨਾ। ਹਰ ਸਾਲ ਅਸੀਂ ਪੰਜਾਬ ਕਰ ਰਹੇ ਸੇਵਾ, ਜਿੱਦਾਂ ਕਹ ਲਓ ਵੀ 2019 ਵਿੱਚ ਹੜ੍ਹ ਆਏ ਸੀਗੇ, ਹੁਣ ਕੋਵਿਡ ਆਇਆ, ਸਾਡੀ ਟੀਮਾਂ ਉੱਥੇ ਮੋਹਰੇ ਹੋ ਕੇ ਡਟ ਕੇ ਸੇਵਾ ਕੀਤੀ ਆ। ਤੇ ਹੁਣ ਮੈਂ ਪਿਛਲੇ ਸਾਲ ਦਾ ਮੈਂ ਸੋਚਦਾ ਵੀ ਮੈਂ ਪਰਸਨਲੀ ਪੰਜਾਬ ਦੇ ਵਿੱਚ ਹੋਰ ਕੁਝ ਕਰਨਾ ਚਾਹੁੰਦਾ, ਇਨਵੋਲਵਮੈਂਟ। ਹੁਣ ਪਿਛਲੇ ਸਾਲ ਤੋਂ ਲੱਗ ਕੇ ਅੱਜ ਤੱਕ ਅਸੀਂ ਇੱਕ ਪੰਜਾਬ ਐਡਵਾਈਜ਼ਰੀ ਬੋਰਡ ਵੀ ਸੈਟਅਪ ਕੀਤਾ, ਜਿਹੜਾ ਅਸੀਂ ਅੱਜ ਤੱਕ ਪਬਲਿਕਲੀ ਨਹੀਂ ਕੀਤਾ। ਉਹਦੇ ਵਿੱਚੋਂ ਹੈਗੇ ਆ ਸਿੰਘ ਸਿੰਘਣੀਆਂ ਯੂਕੇ ਤੋਂ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ, ਪੰਜਾਬ ਤੋਂ। ਤੇ ਉਹ ਐਡਵਾਈਜ਼ਰੀ ਬੋਰਡ ਦਾ ਇਹੀ ਸੀਗਾ ਵੀ ਤੁਸੀਂ ਦੱਸੋ ਵੀ ਅਸੀਂ ਜਦੋਂ ਪੰਜਾਬ ਸਾਡਾ ਖਾਲਸਾ ਏਰੀਆ ਉੱਥੇ ਸੈਟਅਪ ਆ, ਅਸੀਂ ਹੋਰ ਕਿੱਦਾਂ ਕੁਝ ਕਰ ਸਕਦੇ, ਕਿੱਦਾਂ ਇੰਪਰੂਵ ਕਰ ਸਕਦੇ ਆ, ਗਵਰਨੈਂਸ, ਟ੍ਰਾਂਸਪੇਰੈਂਸੀ, ਤੇ ਸਾਨੂੰ ਐਡਵਾਈਸ ਦੇਵੋ ਕਿੱਥੇ ਅਸੀਂ ਪ੍ਰੋਜੈਕਟ ਕਰ ਸਕਦੇ। ਸੋ ਪਿਛਲੇ ਸਾਲ ਤੋਂ ਮੈਂ ਸੋਚਦਾ ਵੀ ਪਿੰਡਾਂ ਦੇ ਵਿੱਚ ਜਿਹੜੀ ਕੋਈ ਗ੍ਰਾਸ ਰੂਟਸ ਲੈਵਲ ਤੇ ਜਿਹੜੀ ਗਰੀਬੀ ਆ, ਉਹਨੂੰ ਕਿੱਦਾਂ ਅਸੀਂ ਕੋਈ ਟੈਕਲ ਕਰੀਏ, ਉਹਨੂੰ ਕਿੱਦਾਂ ਕੋਈ ਜਾ ਕੇ ਅਸੀਂ ਕੁਝ ਕਰੀਏ ਇਕੱਠੇ ਹੋ ਕੇ। ਜਿਹੜੀਆਂ ਲੋਕਲ ਸੰਸਥਾ, ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਸੰਸਥਾ ਹੈਗੀਆਂ ਨੌਜਵਾਨਾਂ ਦੀਆਂ ਜਿਹੜੀਆਂ ਬਹੁਤ ਵਧੀਆ ਸੇਵਾ ਕਰ ਰਹੀਆਂ, ਅਸੀਂ ਉਹਨੂੰ ਵੀ ਸਪੋਰਟ ਕਰਨ ਨੂੰ ਤਿਆਰ ਆ। ਰਲ ਮਿਲ ਕੇ ਆਪਣੀ ਜਿਹੜੀ ਖਾਲਸਾ ਦੀ ਪੰਜਾਬ ਦੀ ਟੀਮ ਆ ਉਹਨੂੰ ਕਿੱਦਾਂ ਐਕਸਪੈਂਡ ਕਰਨਾ। ਤੇ ਜਿੱਦਾਂ ਤੁਸੀਂ ਪਿੰਡਾਂ ਦੀ ਗੱਲ ਕੀਤੀ, ਉਹਦੇ ਵਿੱਚ ਉਹੀ ਮੇਰੇ ਪਿਛਲੇ ਸਾਲ ਤੋਂ ਚੱਲਦੀ ਮਨ ਦੇ ਵਿੱਚ, ਜਿੱਦਾਂ ਮੈਂ ਆਪਣੇ ਆਪ ਨੂੰ ਪੁੱਛਦਾ ਵੀ ਅਸੀਂ ਪੰਜਾਬ ਦੇ ਪਿੰਡਾਂ ਦੀ ਗਰੀਬੀ ਹਟਾਉਣ ਲਈ ਐਕਟਿਵ ਹੈਗੇ ਕਿ ਨਹੀਂ। ਜਦੋਂ ਮੈਂ ਆਪਣੇ ਆਪ ਨੂੰ ਪੁੱਛਦਾ, ਮੈਂ ਸੱਚੀ ਕਹਿੰਦਾ, ਮੈਂ ਕਿਹਾ ਨਹੀਂ, ਅਸੀਂ ਫੇਲ ਹੋ ਰਹੇ ਹਾਂ। ਅਸੀਂ ਉਹ ਐਡਰੈਸ ਨਹੀਂ ਕਰਦੇ। ਅਸੀਂ ਆਪਰੇਸ਼ਨ ਕਰਾਦੇ ਗਰੀਬਾਂ ਦਾ, ਮੇਰੇ ਖਿਆਲ 200 ਇੱਥੋਂ ਕਰਾਈ ਯੂਕੇ ਤੋਂ, 100-150 ਪੰਜਾਬ ਟੀਮ ਨੇ ਕਰਾਇਆ। ਹਰ ਸਾਲ ਚਲੋ ਵੀ 200-300 ਆਪਰੇਸ਼ਨ ਹੋ ਗਏ ਗਰੀਬਾਂ ਦੇ, ਪਰ ਉਹ ਇਕੱਲੇ ਉਹ ਠੀਕ ਨਹੀਂ, ਵੀ ਹੋਰ ਵੀ ਕਰਨਾ ਪੈਣਾ। ਪਿੰਡਾਂ ਜਿਹੜੀ ਗਰੀਬੀ ਆ ਉਹ ਕਿੱਦਾਂ ਪਿੱਛੇ, ਅਸੀਂ ਕਿੱਦਾਂ ਇਨਵੈਸਟਮੈਂਟ ਕਿੱਦਾਂ ਕਰੀਏ। ਹੁਣ ਜਿਹੜੇ ਪਿੰਡ ਆ ਮਾਨਸੇ ਵਿੱਚ ਕੋਟ ਧਰਮ ਪਿੰਡ, ਉਹਦੇ ਵਿੱਚ 70 ਸੁਈਸਾਈਡ ਹੋਈਆਂ। 70 ਦੇ ਵਿੱਚੋਂ 40 ਕਿਸਾਨੀ ਸੁਈਸਾਈਡ ਹੈ। ਹੁਣ ਪਿਛਲੇ ਦਸੰਬਰ 2020 ਤੋਂ ਉੱਪਰ ਸਾਲ ਹੋ ਗਿਆ, ਉਹਦੇ ਵਿੱਚ ਸਾਡੇ ਪ੍ਰੋਜੈਕਟ ਚੱਲ ਰਹੇ ਆ। ਅਸੀਂ ਲੋਕਾਂ ਜਿਹੜੇ ਭਾਈ ਜਿਨ੍ਹਾਂ ਨੇ ਵਿਚਾਰੇ ਨੇ ਸੁਈਸਾਈਡ ਕੀਤੀ, ਆਤਮ ਹੱਤਿਆ, ਉਹਦੇ ਘਰ ਬਣਾ ਰਹੇ ਪਰਿਵਾਰਾਂ ਲਈ। ਉਹ ਪਰਿਵਾਰਾਂ ਨੂੰ, ਜਿਹੜੇ ਪਰਿਵਾਰ ਪੇ ਥੋੜੇ ਕਮਾਈ ਕਰ ਸਕਦੇ, ਪਸ਼ੂ ਲੈ ਕੇ ਦੇ ਰਹੇ ਆ। ਉੱਥੇ ਸਿਲਾਈ ਸੈਂਟਰ ਵੀ ਖੋਲ ਦਿੱਤਾ ਆ। ਉਹਦੇ ਵਿੱਚ ਕਾਫੀ ਇਨਵੈਸਟਮੈਂਟ ਹੋ ਰਹੀ ਪਿੰਡ ਦੇ ਵਿੱਚ। ਉਹ ਅਸੀਂ ਐਗਜ਼ਾਮਪਲ ਬਣਾਇਆ। ਇਹ ਅਸੀਂ ਹੋਰ ਕਿੱਦਾਂ ਪਿੰਡਾਂ 'ਚ ਕਰ ਸਕਦੇ। ਹੁਣ ਮੇਰਾ ਪਰਸਨਲ ਇੱਛਾ ਮੇਰੀ ਹੈਗੀ ਆ, ਜੇ ਕੋਈ ਮੈਡੀਕਲ ਚੈਰਿਟੀ ਸਾਡਾ ਕੋਈ ਮਦਦ ਕਰਨਾ ਚਾਹੁੰਦੀ, ਸਾਡਾ ਪਾਰਟਨਰ ਬਣਨਾ ਚਾਹੁੰਦੀ ਆ, ਅਸੀਂ ਮਾਝੇ ਮਾਨਸੇ ਵੱਲ ਲੇਡੀਜ਼ ਦੇ ਕਲੀਨਿਕ ਖੋਲ੍ਹਣਾ ਚਾਹੁੰਦੇ, ਹੈਲਥ ਕਲੀਨਿਕ। ਸਪੈਸ਼ਲੀ ਲੇਡੀਜ਼ ਜਿਹੜੀਆਂ ਕੋਈ ਜਿੱਦਾਂ ਕੋਈ ਜਿਹਨਾਂ ਨੂੰ ਬੇਬੀ ਹੋਣ ਲੱਗਾ ਤੇ ਉਹ ਵਿਚਾਰੀਆਂ ਬਿਮਾਰ ਹੋ ਜਾਂਦੀਆਂ, ਜਾਂ ਜਦੋਂ ਕੋਈ ਬੇਬੀ ਬੋਰਨ ਦਾ ਪੂਰੀ ਹੋ ਜਾਂਦੀਆਂ, ਕਿਉਂਕਿ ਉੱਥੇ ਹੈਲਥ ਕੇਅਰ ਹੈ ਨਹੀਂ। ਇੱਦਾਂ ਦੀਆਂ ਕਲੀਨਿਕ ਅਸੀਂ ਖੋਲ੍ਹਣਾ ਚਾਹੁੰਦੇ ਆ। ਜੇ ਕੋਈ ਹੈਗਾ ਕੋਈ ਮੈਡੀਕਲ ਚੈਰਿਟੀ ਸਾਡਾ ਜੈਨੂਅਲੀ ਕਰਨਾ ਚਾਹੁੰਦਾ, ਸੇਵਾ ਕਰਨੀ ਚਾਹੁੰਦਾ, ਅਸੀਂ ਕਰਾਂਗੇ। ਸੋ ਅਸੀਂ ਪੰਜਾਬ ਵੱਲ ਬਿਲਕੁਲ ਬਹੁਤ ਹੀ ਕਰ ਰਹੇ ਹਾਂ। ਘਰ ਬਹੁਤ ਬਣ ਰਹੇ ਆ ਉੱਥੇ। ਜਿਹੜੇ 84 ਮਗਰੋਂ ਸ਼ਹੀਦ ਪਰਿਵਾਰ ਚੱਲੇ ਰਹੇ, ਉਹਨਾਂ ਦੀ ਮਦਦ ਚੱਲਦੀ 2010 ਤੋਂ। ਕਿੰਨੇ ਗਰੀਬ ਪਰਿਵਾਰਾਂ ਦੀ ਚੱਲ ਰਹੀ ਆ। ਜੰਮੂ ਦੇ ਵਿੱਚ ਗੁਰੂ ਨਾਨਕ ਹਸਪੀਟਲ ਰਿਫਰਬਿਸ਼ ਕੀਤਾ ਸਾਰਾ, ਖਾਲਸਾ ਏਡ ਨੇ, ਅਮਰਪ੍ਰੀਤ ਹੋਣਾ ਨੇ ਸਾਰਾ ਓਵਰਸੀ ਕੀਤਾ। ਸੋ ਕੰਮ ਬਹੁਤ ਚੱਲ ਰਹੇ ਆ। ਪਰ ਜੇ ਤੁਸੀਂ ਕਹਿੰਦੇ ਭਾਈ ਜਿੱਦਾਂ ਕਹਿੰਦੇ ਖਾਲਸਾ ਏਡ ਵੱਧ ਗਈ ਆ, ਉਹ ਕਿੱਦਾਂ ਵਧੀ ਆ? ਉਹ ਵਧੀ ਸਾਡੇ ਜਿਹੜੇ ਭਾਈ ਮੋਢੇ ਲੀਡਰਸ਼ਿਪ ਆ। ਇੱਕ ਪਾਸੇ ਹੈਗੇ ਅਮਰਪ੍ਰੀਤ ਸਿੰਘ ਇੰਡੀਆ 'ਚ, ਦੂਜੇ ਪਾਸੇ ਹਰਪ੍ਰੀਤ ਸਿੰਘ ਹੁਣੀ ਇੱਧਰ ਹੈਗੇ, ਆਸਟ੍ਰੇਲੀਆ ਲੀਡ ਕਰ ਰਹੇ ਆ। ਕੈਨੇਡਾ ਵਿੱਚ ਭਾਈ ਜਿੰਦੀ ਸਿੰਘ ਆ, ਜਤਿੰਦਰ ਸਿੰਘ, ਅਮਰੀਕਾ ਵਿੱਚ ਭਾਈ ਓਮਰ ਸਿੰਘ, ਫਰਾਂਸ ਵਿੱਚ ਭਾਈ ਰਣਜੀਤ ਸਿੰਘ ਮੋਰੇ ਆ ਰਹੇ ਆ। ਸੋ ਇਹ ਇਕੱਲਾ ਰਵੀ ਸਿੰਘ ਹੀ ਰਹਿ ਗਿਆ ਹੁਣ। ਜੇ 10 ਸਾਲ ਪਹਿਲਾਂ ਕਹਿੰਦੇ ਇਕੱਲਾ ਹੀ ਸੀਗਾ, ਕਹਿ ਸਕਦੇ ਇਕੱਲਾ ਹੀ ਸੀਗਾ, ਪਰ ਹੁਣ 10 ਸਾਲ ਇੰਨੀ ਟੀਮ ਮੋਰੇ ਬਣ ਗਈ ਆ, ਇੰਨੇ ਸਾਡੇ ਵਧੀਆ ਸੇਵਾਦਾਰ ਆ। ਹਰ ਚੀਜ਼ ਬਾਰੇ ਹਰ ਵਾਰੀ ਮੈਂ ਕਹਿੰਦਾ, ਜੋ ਅਸੀਂ ਹੈਗੇ ਆ, ਅਸੀਂ ਹੈਗੇ ਕਿ ਸਾਡੇ ਸੇਵਾਦਾਰ ਕਰਕੇ। ਪੰਜਾਬ ਦੇ ਵਿੱਚ ਜਿਹੜੇ ਗਰੁੱਪ ਪਿੰਡਾਂ ਵਿੱਚ ਸੇਵਾ ਦੇ ਬਣੇ ਹੋ ਆ, ਆਪਣੀ ਸੇਵਾ ਕਰਦੇ ਆ, ਬਹੁਤ ਵਧੀਆ। ਅਸੀਂ ਦੇਖੀਏ ਉਹਨਾਂ ਨੂੰ ਕਿੱਦਾਂ ਸਪੋਰਟ ਕਰ ਸਕਦੇ। ਸੋ ਪੰਜਾਬ ਦੇ ਵਿੱਚ ਬਹੁਤ ਲੋੜ ਆ। ਅਸੀਂ ਵੀ ਇਨਵੈਸਟ ਕਰ ਰਹੇ ਹਾਂ। ਅਸੀਂ ਬੰਦੇ, ਕੁੜੀਆਂ ਮੁੰਡੇ ਵੀ ਇੰਪਲੋਏ ਕਰ ਰਹੇ ਆ। ਇਸ ਵੇਲੇ ਮੇਰੇ ਖਿਆਲ ਸਾਡੇ ਆਫਿਸ 'ਚ 9-10 ਕੁੜੀਆਂ ਮੁੰਡੇ ਉੱਥੇ ਫੁੱਲ ਟਾਈਮ ਇੰਪਲੋਈ ਆਪਣੇ ਪੰਜਾਬ ਤੋਂ। ਟੀਚਰ ਵੀ ਕਿੰਨੇ ਹੈਗੇ ਆ ਸਕੂਲਾਂ ਵਿੱਚ, ਸਕੂਲ ਵੀ ਚੱਲ ਰਿਹਾ ਆ ਇੱਧਰ ਸੰਗਰੂਰਵਾਲ ਖਾਲਸਾ ਏਡ ਦਾ। ਸੋ ਅਸੀਂ ਇੰਪਲੋਇਮੈਂਟ ਵੀ ਦੇ ਰਹੇ ਨੌਜਵਾਨਾਂ, ਕੁੜੀਆਂ ਮੁੰਡਿਆਂ ਨੂੰ। ਉਹ ਵੀ ਅਸੀਂ ਐਕਸਪੈਂਡ ਕਰ ਰਹੇ ਹਾਂ। ਉਹਦੀ ਗੱਲ ਨਹੀਂ ਕਰਦਾ,
ਉਹਦੀ ਗੱਲ ਨਹੀਂ ਕਿ ਕਰੂਗਾ, ਪਰ ਗੱਲ ਅਸੀਂ ਕਰਨੀ ਜਿਹੜੀ ਨੈਗੇਟਿਵ ਹੋਵੇ। ਤੋ ਅਸੀਂ ਸਾਡੀ ਇਹੀ ਅਪੀਲ ਆ, ਖਾਲਸਾ ਏਡ ਦੇ ਕੋਈ ਸੰਸਥਾ, ਕੋਈ ਰਜਿਸਟਰਡ ਸੰਸਥਾ ਹੋਵੇ ਪੰਜਾਬ ਦੇ ਵਿੱਚ ਵੱਡੇ ਲੈਵਲ ਦੇ ਪ੍ਰੋਜੈਕਟ ਕਰਨੀ ਚਾਹੁੰਦੇ ਹੋਵੇ, ਅਸੀਂ ਤੁਹਾਡੇ ਨਾਲ ਬਿਲਕੁਲ ਜੁੜਾਂਗੇ। ਅੱਛਾ ਖਾਲਸਾ ਜੀ, ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ, ਤੁਸੀਂ ਚਲੋ ਹੈਲਥ ਕੇਅਰ ਸਿਸਟਮ ਦੀ ਵੀ ਨਾਲ ਥੋੜ੍ਹੀ ਗੱਲ ਕੀਤੀ ਹੈ, ਤੁਸੀਂ ਔਰਤਾਂ ਦੀ ਵਿਸ਼ੇਸ਼ ਤੌਰ 'ਤੇ ਗੱਲ ਕੀਤੀ, ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਅੱਜ ਦੇ ਸਮੇਂ ਸਭ ਤੋਂ ਮੇਨ ਮੁੱਦਾ ਕਿਹੜਾ, ਜਿਹਦੇ ਵੱਲ ਸਭ ਤੋਂ ਜ਼ਿਆਦਾ ਜਿਹੜੀਆਂ ਵੀ ਕੁਝ ਚੈਰਿਟੀ ਸੰਸਥਾਵਾਂ ਨੇ ਜਾਂ ਅਜਿਹੀਆਂ ਖਾਲਸਾ ਏਡ ਵਰਗੀਆਂ ਹੋਰ ਵੀ ਨੇ, ਜਿਨ੍ਹਾਂ ਨੂੰ ਤੁਸੀਂ ਚਲੋ ਸਾਰਿਆਂ ਨੂੰ ਜੇ ਆਪਾਂ ਇਕੱਠਿਆਂ ਮੰਨ ਕੇ ਚੱਲੀਏ, ਤੇ ਕਿੱਧਰ ਸਭ ਤੋਂ ਵੱਧ ਫੋਕਸ ਕਰਨ, ਜਿੱਧਰ ਸਭ ਤੋਂ ਜ਼ਿਆਦਾ ਜ਼ਰੂਰਤ ਆ, ਜਿਹੜੇ ਪਾਸੇ? ਹੈਲਥ ਤੇ ਐਜੂਕੇਸ਼ਨ। ਹੈਲਥ ਐਜੂਕੇਸ਼ਨ ਤੁਸੀਂ ਆਪ ਦੇਖਿਆ ਵੀ ਪਿੰਡਾਂ ਦੇ ਸਕੂਲਾਂ ਦਾ ਕੀ ਹਾਲ ਆ, ਜਿਹੜੇ ਗਵਰਨਮੈਂਟ ਸਕੂਲ ਆ, ਉਹ ਕਿੱਦਾਂ ਫੈਸਿਲਿਟੀ ਕਿੱਦਾਂ ਇੰਪਰੂਵ ਕਰਨੀ, ਟੀਚਰ ਜਿਹੜੇ ਉਹਨਾਂ ਨੂੰ ਕਿੱਦਾਂ ਤੁਸੀਂ ਮੋਰਲ ਬੂਸਟ ਦੇਣਾ, ਉਹਨੂੰ ਕਿੱਦਾਂ ਤੁਸੀਂ ਹੌਸਲਾ ਦੇਣਾ ਭਈ ਨਾ ਖੜੇ। ਕਈ ਵਾਰੀ ਪਿੰਡਾਂ ਵਿੱਚ ਹਨੇਰੀ ਆ ਗਈ ਜਾਂ ਮੀਂਹ ਪੈ ਗਿਆ, ਕੋਈ ਕਮਰਾ ਡੇ ਪਿਆ ਸਕੂਲ ਦਾ, ਜਾਂ ਕੋਈ ਸਕੂਲ ਦਾ ਡੈਮੇਜ ਹੋ ਗਿਆ, ਕਈ ਵਾਰੀ ਬਹੁਤ ਚਿਰ ਲਾਉਂਦੀ ਸਰਕਾਰ ਉਹ ਠੀਕ ਕਰਨ। ਤੇ ਅਸੀਂ ਜਿੱਥੇ ਵੀ ਕਹਿ ਲਓ ਵੀ 50 ਲੱਖ 20 ਲੱਖ ਖਰਚਣਾ, ਨਵੇਂ ਸੰਗਮਰਮਰ ਲਾਉਣੇ, ਨਵੇਂ ਹੋਰ ਗੁਰਦੁਆਰੇ ਬਣਾਉਣੇ, ਉੱਥੇ ਸਕੂਲਾਂ ਦੀ ਇੰਪਰੂਵਮੈਂਟ ਬਹੁਤ ਜ਼ਰੂਰੀ ਆ। ਉਹ ਸਕੂਲਾਂ ਵਿੱਚ ਟੀਚਰ ਰੱਖਣੇ ਚੱਜ ਦੇ, ਟੀਚਰਾਂ ਨੂੰ ਤਨਖਾਹ ਚੰਗੀ ਦੇਣੀ। ਤੇ ਜਿਹੜਾ ਹੈਲਥ ਸਿਸਟਮ ਹੈ ਪੰਜਾਬ ਦਾ, ਉਹ ਤਾਂ ਬਿਲਕੁਲ ਹੀ ਫੇਲ ਹੋਇਆ ਲੱਗਦਾ। ਕਿਉਂਕਿ ਮੈਂ ਪਿਛਲੇ ਸਾਲ ਜਦੋਂ ਕਰੋਨਾ ਵਾਇਰਸ, ਮੈਂ ਆਪਣੇ ਮਾਮੇ ਨੂੰ ਫੋਨ ਕੀਤਾ, ਮੈਂ ਕਿਹਾ ਮਾਮੇ ਤੁਸੀਂ ਜਾ ਕੇ ਟੀਕਾ ਲਾਓ ਵੈਕਸੀਨ ਦਾ ਹਸਪੀਟਲ। ਉਹ ਕਹਿੰਦਾ ਪੁੱਤ ਮੈਂ ਹਸਪੀਟਲ ਜਾ ਕੇ ਟੀਕਾ ਲਾ ਕੇ ਮਰਨਾ ਆ। ਉੱਥੇ ਕੋਈ ਯਕੀਨ ਹੀ ਕਿਸੇ ਕੋਲ ਹੈ ਨਹੀਂ। ਕਿਉਂਕਿ ਜਦੋਂ ਮੈਂ ਗੱਲ ਕਰਦਾ, ਉਹ ਲੋਕ ਕਹਿੰਦੇ ਜੇ ਕੋਈ ਬੰਦਾ ਪਿਛਲੇ ਸਾਲ ਕੋਈ ਕਰੋਨਾ ਵਾਇਰਸ ਬਿਮਾਰ ਹੋ ਗਿਆ, ਉਹਨੇ ਐਵੀ ਸਰਕਲ ਲਿਖਣਾ ਕਰੋਨਾ ਵਾਇਰਸ, ਕੋਈ ਹੋਰ ਬਿਮਾਰੀ ਹੋ ਗਈ, ਉਹਦੇ ਸਾਰੇ ਵਿੱਚੋਂ ਜਿਹੜੇ ਔਰਗਨ ਕੱਢ ਲੈਣੇ, ਕਿਡਨੀਆਂ ਕੱਢ ਲੈਣੀਆਂ, ਫੇਫੜੇ ਕੱਢ ਲੈਣੇ, ਆਹ ਕੱਢ ਲੈਣਾ, ਵੇਚ ਦੇਣੀਆਂ, ਸਾਰਾ ਕੁਝ। ਕਈ ਕੇਸ ਆਏ, ਲੋਕ ਡਰਦੇ ਆ। ਉਹ ਇੰਪਰੂਵਮੈਂਟ ਕਿੱਦਾਂ ਕਰਨਾ, ਲੋਕਾਂ ਦੇ ਵਿੱਚ ਕੌਨਫੀਡੈਂਸ ਕਿੱਦਾਂ ਕਰਨਾ, ਜਿਹੜੀ ਹੈਲਥ ਸਿਸਟਮ ਆ ਉੱਥੇ ਵਿੱਚ ਇੰਪਰੂਵ ਕਰਨ ਦੀ ਬਹੁਤ ਹੀ ਲੋੜ ਆ। ਪਰ ਜੇ ਹੁਣ ਜਿਹੜੀ ਕੋਈ ਨਵੀਂ ਸਰਕਾਰ ਬਣੂਗੀ ਪੰਜਾਬ ਦੇ ਵਿੱਚ, ਤੇ ਜੇ ਸਾਨੂੰ ਕੋਈ ਅਪਰੋਚ ਕਰੂਗੇ, ਅਸੀਂ ਬਿਲਕੁਲ ਸਾਰਿਆਂ ਨਾਲ ਕੰਮ ਕਰਨ ਨੂੰ ਤਿਆਰ ਆ, ਜੇ ਉਹ ਪੰਜਾਬ ਦਾ ਭਲਾ ਹੋਊਗਾ। ਜੇ ਪੰਜਾਬ ਦਾ ਭਲਾ ਹੋਊਗਾ, ਅਸੀਂ ਸਾਰਿਆਂ ਨਾਲ ਕੰਮ ਕਰਨ ਨੂੰ ਤਿਆਰ ਆ। ਸਾਨੂੰ ਕੋਈ ਫਿਕਰ ਨਹੀਂ ਹੋਊਗਾ ਕਿਹੜੀ ਸਰਕਾਰ ਆ, ਕਿਉਂਕਿ ਅਸੀਂ ਸਰਕਾਰ ਨੂੰ ਪੈਸੇ ਨਹੀਂ ਦੇਣੇ, ਅਸੀਂ ਪੈਸੇ ਲਾਵਾਂਗੇ ਉੱਥੇ ਲੋਕਾਂ ਦੀ ਭਲਾਈ ਲਈ, ਹਸਪੀਟਲ ਤੇ, ਕਲੀਨਿਕ ਤੇ, ਫੈਸਿਲਿਟੀ ਇੰਪਰੂਵਮੈਂਟ ਕਰਨ ਨੂੰ। ਸੋ ਇਹਦੇ ਵਿੱਚ ਬਹੁਤ ਹੀ ਜੈਨੂਅਨ ਹੈਗੇ ਡਾਕਟਰ, ਆਫਿਸਰਸ ਹੈਗੇ, IAS ਅਫਸਰ ਇੱਦਾਂ ਦੇ ਬੰਦੇ ਵੀ ਚੰਗੇ ਹੈਗੇ, DC ਵੀ ਚੰਗੇ ਹੈਗੇ, ਪਰ ਮਾੜੇ ਵੀ ਬਹੁਤ ਹੈਗੇ ਆ। ਸੋ ਇਹ ਸਾਰਾ ਸਿਸਟਮ ਰਿਫਾਰਮ ਦੀ ਲੋੜ ਆ। ਹੈਲਥ ਦਾ ਬਹੁਤ ਹੀ ਮਾੜਾ ਹਾਲ ਆ ਹੈਲਥ ਦਾ ਉੱਥੇ ਦਾ। ਭਾਈ ਸਾਹਿਬ, ਅੱਜ ਤੁਹਾਡੇ ਤੇ ਜ਼ਿੰਮੇਵਾਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਮੇਰੇ ਖਿਆਲ ਤੁਹਾਨੂੰ ਇਸ ਚੀਜ਼ ਦਾ ਅੰਦਾਜ਼ਾ ਤੇ ਹੋਣਾ ਹੀ ਆ ਵਧੀਆ ਤਰੀਕੇ ਨਾਲ, ਪਰ ਉਹ ਸਾਰੀ ਜ਼ਿੰਮੇਵਾਰੀ ਨੂੰ ਤੁਸੀਂ ਕਿਸ ਤਰੀਕੇ ਨਾਲ ਸਮਝਦੇ ਹੋ, ਕਿੱਦਾਂ ਹੈਂਡਲ ਕਰਦੇ ਹੋ? ਪ੍ਰੈਸ਼ਰ ਵੀ ਹੁੰਦਾ ਆ, ਲੋਕਾਂ ਦੀਆਂ ਤੁਹਾਡੇ ਤੋਂ ਉਮੀਦਾਂ ਬਹੁਤ ਜ਼ਿਆਦਾ ਨੇ, ਸੰਗਤ ਦੀ ਉਮੀਦ ਬਹੁਤ ਜ਼ਿਆਦਾ ਹੈ, ਕਿਉਂਕਿ ਸੰਗਤ ਅੰਨੀ ਹੋ ਕੇ ਬਿਨਾਂ ਕੁਝ ਸੋਚੇ ਸਮਝੇ ਉਹ ਡੋਨੇਟ ਵੀ ਕਰਦੇ। ਉਹਨਾਂ ਨੇ ਤੁਹਾਡਾ ਪਾਸਟ ਦਾ ਕੰਮ ਕਰਨ ਦਾ ਤਰੀਕਾ ਦੇਖਿਆ, ਪਰ ਹੁਣ ਇੱਕ ਸ਼ਰਧਾ ਉਹਨਾਂ ਦੀ ਬਣ ਚੁੱਕੀ ਹੈ ਜੀ ਖਾਲਸਾ ਏਡ ਪ੍ਰਤੀ। ਉਹ ਸਾਰੀ ਜ਼ਿੰਮੇਵਾਰੀ ਨੂੰ ਕਿਸ ਤਰੀਕੇ ਨਾਲ ਮੋਢਿਆਂ ਤੇ ਚੁੱਕ ਕੇ ਅੱਗੇ ਤੁਸੀਂ ਲੈ ਕੇ ਜਾਓ? ਉਹ ਕਿੱਦਾਂ ਰੋਲ ਨਿਭਾਉਂਦੇ ਹੋ ਸਾਰਾ, ਕਿੱਦਾਂ ਪਲਾਨ ਕਰਦੇ ਹੋ ਸਾਰੇ ਕੁਝ ਨੂੰ, ਕਿੱਦਾਂ ਤੁਸੀਂ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਹੋ ਆਪ ਆਪਣੇ ਤੌਰ ਤੇ? ਹਾਂਜੀ, ਉਹੀ ਤਾਂ ਪ੍ਰੈਸ਼ਰ ਰਹਿੰਦਾ ਹਰ ਵਾਰੀ, ਕਿਉਂਕਿ ਜਿਹੜੀ ਟੀਮ ਸਾਡੀ ਆ, ਉਧਰ ਅਮਰਪ੍ਰੀਤ ਸਿੰਘ ਹੋਣੀ ਆ, ਬਹੁਤ ਆਪਣੀ ਉਮਰ ਦੇ ਹਿਸਾਬ ਬਹੁਤ ਸਿਆਣੇ ਆ। ਇੱਧਰੋਂ ਸਾਡੀ ਟੀਮ UK USA ਸਾਰੇ ਚੰਗੇ ਆ, ਸਾਰੇ ਸਪੋਰਟ ਕਰਦੇ। ਹੁਣ ਇਕੱਲਾ ਰਵੀ ਸਿੰਘ ਨਹੀਂ ਰਹਿ ਗਿਆ, ਭਾਈ ਇਕੱਲਾ ਰਵੀ ਸਿੰਘ ਕਰੂਗਾ। ਹਾਂ, ਜਦੋਂ ਕੋਈ ਅਟੈਕ ਕਰਨਾ ਖਾਲਸਾ ਏਡ ਨੂੰ, ਜਾਂ ਕੋਈ ਨੈਗੇਟਿਵ ਚੀਜ਼ ਕਰਨੀ, ਉਹ ਸਾਰੀ ਮੇਰੇ ਉੱਪਰ ਜਾਂ ਮੇਰੀ ਫੈਮਿਲੀ ਉੱਪਰ ਹੁੰਦਾ ਆ। ਉਹ ਸਾਨੂੰ ਪਤਾ ਹੀ ਆ, ਇਹ ਸਾਡੀ ਕਮਿਊਨਿਟੀ ਦੀ ਆਦਤ ਹੀ ਆ, ਭਾਈ ਬੰਦੇ ਨੂੰ ਅਟੈਕ ਕਰਨਾ ਤੇ ਉਹਦੀ ਫੈਮਿਲੀ ਨੂੰ ਅਟੈਕ ਕਰਨਾ। ਉਹਦੇ ਵਿੱਚ ਮੈਂ ਤਾਂ ਕਦੀ ਜਵਾਬ ਦਿੰਦਾ ਕਿਸੇ ਨੂੰ, ਕਿਉਂਕਿ ਉਹ ਚਾਹੁੰਦਾ ਵੀ ਜਵਾਬ ਦੇਵੋ। ਅਸੀਂ ਸੰਗਤ ਦੇ ਵਿੱਚ ਆ, ਸੰਗਤ ਅੱਜ ਕੱਲ੍ਹ ਬਹੁਤ ਸਿਆਣੀ ਆ, ਸੰਗਤ ਆਪੇ ਜਵਾਬ ਦੇ ਜਾਂਦੀ ਆ। ਸੰਗਤ ਨੂੰ ਪਤਾ ਵੀ ਦਿਨ ਦਿਹਾੜੀ ਉਹ ਬੰਦੇ ਕਿਉਂ ਇਕੱਲੇ ਖਾਲਸਾ ਏਡ ਨੂੰ ਟਾਰਗੇਟ ਕਰਦੇ, ਹੋਰ ਕਿਸੇ ਨੂੰ ਟਾਰਗੇਟ, ਨਾ ਪੋਲੀਟੀਸ਼ੀਅਨ ਨੂੰ, ਨਾ ਕੋਈ ਹੋਰ ਜਥੇਬੰਦੀ ਨੂੰ ਪੰਜਾਬ ਦੇ ਵਿੱਚ, ਨਾ ਬਾਹਰ, ਇਕੱਲੇ ਖਾਲਸਾ ਏਡ ਨੂੰ। ਕਿਉਂਕਿ ਇਹ ਨਹੀਂ ਪਈ ਸੰਗਤ ਸਿਆਣੀ ਨਹੀਂ, ਸੰਗਤ ਨੂੰ ਸਾਰਾ ਕੁਛ ਪਤਾ ਆ ਤੁਹਾਨੂੰ ਟਾਰਗੇਟ ਕਿਉਂ ਕੀਤਾ, ਇਕੱਲੇ ਨੂੰ, ਹੋਰ ਕਿਸੇ ਨੂੰ। ਪਰ ਜਿਹੜੀ ਸਾਡੀ ਜ਼ਿੰਮੇਵਾਰੀ ਆ, ਬਿਲਕੁਲ ਤੁਸੀਂ ਠੀਕ ਆ। ਹੁਣ ਜਦੋਂ ਖਾਲਸਾ ਏਡ ਸ਼ੁਰੂ ਕੀਤੀ ਸੀਗੀ ਕਿ 84 ਮਗਰੋਂ ਇਹੀ ਪ੍ਰੋਬਲਮ ਪਈ ਸੀਗੀ, ਕੋਈ ਟਰਸਟ ਨਹੀਂ ਰਹਿ ਗਿਆ ਸੀਗਾ। ਉਹ ਟਰਸਟ ਕਿੱਦਾਂ ਮੁੜ ਕੇ ਬਣਾਉਣਾ? ਉਹ ਖਾਲਸਾ ਏਡ ਇੱਕ ਇਹ ਟਰਸਟ ਬਣ ਗਿਆ ਵੀ ਸੰਗਤ ਦਾ, ਵੀ ਜੋ ਅਸੀਂ ਕਹਿੰਦੇ ਉਹ ਕਰਦੇ ਆ। ਹੁਣ ਸੰਗਤ, ਮੈਂ ਕਿੰਨੀ ਵਾਰੀ ਪਹਿਲਾਂ ਵੀ ਕਿਹਾ ਇਹ, ਅਸੀਂ 100 ਪਾਉਂਡ ਖਰਚਦੇ, ਸੰਗਤ ਸਾਨੂੰ 1000 ਪਾਉਂਡ ਦਿੰਦੀ ਆ, ਕਿਉਂਕਿ ਪਿਆਰ ਬਹੁਤ ਆ, ਟਰਸਟ ਬਹੁਤ ਆ। ਉਹਦੇ ਨਾਲ ਫਿਰ ਅਸੀਂ ਹੁਣ ਦੇਖਦੇ
ਭਈ ਪੰਜਾਬ ਦੇ ਵਿੱਚ ਜਿਹੜੀ ਸੰਗਤ ਹੁਣ ਸਾਨੂੰ ਇੱਥੇ ਮਾਇਆ ਦੇ ਰਹੀ ਉਹ ਨਹੀਂ ਸਾਨੂੰ ਕਹਿੰਦੀ ਇਕੱਲੇ ਪੰਜਾਬ ਦੇ ਸੈੱਟ ਕਰੋ, ਕਿਉਂਕਿ ਜਦੋਂ ਖਾਲਸਾ ਸ਼ੁਰੂ ਕੀਤੀ ਸੀ 10 ਸਾਲ ਸੌਰੀ 1999 ਵਿੱਚ ਅਸੀਂ ਸ਼ੁਰੂ ਕੀਤੀ ਸੀ ਰਿਫਿਊਜੀਆਂ ਲਈ ਇੱਥੇ ਯੂਰਪ ਵਿੱਚ, ਫਿਰ 10 ਸਾਲ ਪੰਜਾਬ ਨਹੀਂ ਬੜੇ। ਸੰਗਤ ਨੂੰ ਅਸੀਂ ਇਹ ਨਹੀਂ ਕਿਹਾ ਭਈ 99 ਦੇ ਵਿੱਚ 99 ਵਿੱਚ ਅਸੀਂ ਖਾਲਸਾ ਦੇ ਪੈਸੇ ਬਸ ਸਾਨੂੰ ਦੇਵੋ, ਅਸੀਂ ਪੰਜਾਬ ਹੀ ਖਰਚਣੇ। ਸੰਗਤ ਨੂੰ ਪਤਾ ਵੀ ਅਸੀਂ ਸਾਰੀ ਦੁਨੀਆ ਵਿੱਚ ਸਪੈਂਡ ਕਰਦੇ, ਕਿਸੇ ਝੂਠ ਨਹੀਂ ਬੋਲਦੇ ਭਈ ਲਓ ਜੀ ਪੈਸੇ ਕਹਿਣਾ ਵੀ ਸਾਨੂੰ ਆਹ ਦੇ ਦਿਓ ਪੈਸੇ ਪੰਜਾਬ ਲਈ, ਤਾਂ ਬਾਹਰ ਜਾ ਕੇ ਹੋਰ ਖਰਚਣੇ। ਐਕਚੁਅਲੀ ਨੋ, ਅਸੀਂ ਬਾਹਰ ਜਿਹੜੇ ਭਈ ਸੇਵਾ ਚੱਲਦੀ ਹੈ ਦੁਨੀਆ ਵਿੱਚ ਚੱਲੀ ਜਾਣੀ ਹੈ, ਉਹ ਵੀ ਅਸੀਂ ਐਕਸਪੈਂਡ ਕਰ ਰਹੇ, ਕਿਉਂਕਿ ਅਸੀਂ ਯੂਨਾਈਟਿਡ ਨੇਸ਼ਨ ਨਾਲ, ਵਰਲਡ ਫੂਡ ਪ੍ਰੋਗਰਾਮ ਨਾਲ, ਸਾਰਿਆਂ ਨਾਲ ਇਸ ਵੇਲੇ ਕੰਮ ਕਰ ਰਹੇ ਹਾਂ। ਉਹ ਜਿਹੜੀ ਜ਼ਿੰਮੇਵਾਰੀ ਬਹੁਤ ਆ, ਪਰ ਸਾਨੂੰ ਇਹ ਜ਼ਿੰਮੇਵਾਰੀ ਦਾ ਹਰ ਵਾਰੀ ਸੋਚਣਾ ਪੈਂਦਾ। ਕਿ ਪਿਛਲੇ ਸਾਲ ਜਦੋਂ ਕਿਸਾਨਾਂ ਦਾ ਸੰਘਰਸ਼ ਚੱਲਦਾ ਸੀਗਾ, ਉਸ ਵੇਲੇ ਵੀ ਸਾਡੇ ਖਿਲਾਫ ਜ਼ੀ ਟੀਵੀ ਨੇ ਬਹੁਤ ਵੱਡੀ ਲਹਿਰ ਚਲਾਈ, ਰਵੀ ਸਿੰਘ ਖਾਲਿਸਤਾਨੀ ਆ, ਇਹ ਆ, ਸਾਨੂੰ ਬਹੁਤ ਧਮਕੀਆਂ ਆਉਂਦੀਆਂ। ਇੱਕ ਤੁਹਾਡਾ ਇੱਥੇ ਮੇਜਰ ਹੈਗਾ ਆ YouTube ਤੇ, ਮੇਜਰ ਗੌਰਵ, ਉਹਨੇ ਕਿਹਾ ਭਈ ਜਦੋਂ ਰਵੀ ਸਿੰਘ ਦਿੱਲੀ ਆਊਗਾ ਉਹਨੂੰ ਦਿੱਲੀ ਫੜ ਕੇ ਕੁੱਟ ਲਓ ਤੇ ਮਾਰ ਲਓ ਉੱਥੇ। ਤੋ ਉਹ ਓਪਨਲੀ ਕਹਿੰਦੇ ਆ ਜਿਹੜੇ ਭਈ ਇਹ ਰਾਈਟ ਵਿੰਗ ਜਿਹੜੇ ਇੰਡੀਅਨ ਗਰੁੱਪ ਆ, ਤੋ ਉਹਦਾ ਸਾਨੂੰ ਧਮਕੀਆਂ ਆਉਂਦੀਆਂ ਰਹਿੰਦੀਆਂ। ਪਰ ਜਿਹੜੀ ਸਾਡੀ ਜ਼ਿੰਮੇਵਾਰੀ ਆ ਇਹ ਘੱਟ ਨਹੀਂ ਸੀਗੀ। ਇਹ ਹੁਣ ਤੁਸੀਂ ਪਿੱਛੇ ਨਹੀਂ ਹਟ ਸਕਦੇ ਭਈ ਜਦੋਂ ਮੈਂ ਰਿਟਾਇਰ ਹੋ ਗਿਆ ਤੇ ਹੁਣ ਮੈਂ ਜੋ ਕੰਮ ਕਰਨਾ ਕੰਮ ਨਹੀਂ, ਇਦਾਂ ਦੇ ਕੰਮ ਤੋਂ ਰਿਟਾਇਰ ਨਹੀਂ ਹੋ ਸਕਦੇ। ਅੱਛਾ, ਕੀ ਸੋਚਿਆ ਕਿ ਕਿੰਨੀ ਉਮਰ ਤੱਕ ਇਹ ਤੁਸੀਂ ਖਾਲਸਾ ਏਡ ਦੇ ਵਿੱਚ ਐਕਟਿਵਲੀ ਜਿਹੜਾ ਪਾਰਟਿਸਿਪੇਟ ਕਰਦੇ ਰਹੋਗੇ ਜਾਂ ਸੇਵਾ ਕਰਦੇ ਰਹੋਗੇ? ਕੋਈ ਸੋਚਿਆ ਇਸ ਬਾਰੇ? ਮੈਂ ਤਾਂ ਉਹੀ ਮੈਂ ਕਿਹਾ, ਮੈਂ ਸਿਸਟਮ ਬਣਾ ਰਿਹਾ ਹੁਣ, ਜਿਹੜਾ ਸਿਸਟਮ ਅਸੀਂ ਸਾਰੀ ਦੁਨੀਆ ਵਿੱਚ ਜਿਹੜੇ ਚੈਪਟਰ ਆ ਚੇਂਜ ਕਰ ਰਹੇ ਆ। ਭਈ ਕੌਣ ਟਰਸਟੀ ਹੋਊਗਾ, ਜਿੱਦਾਂ ਭਈ ਕੈਨੇਡਾ, ਅਮਰੀਕਾ, ਇੰਡੀਆ ਦੇ ਵਿੱਚ ਕਿੱਦਾਂ ਨਾਲ ਕਰਨੀ। ਮੈਂ ਤਾਂ ਹੁਣ ਬਿਲਕੁਲ ਕਹਿ ਲਓ, ਮੈਂ ਤਾਂ ਇਨਕੋਰਪੋਰੇਸ਼ਨ ਦੇ ਵਿੱਚ ਬਹੁਤ ਘੱਟ ਹੀ ਇਨਵੋਲਵ ਹਾਂ ਇੱਥੇ ਯੂਕੇ ਤੇ ਇੰਟਰਨੈਸ਼ਨਲ ਵਿੱਚ। ਇੱਥੇ ਗੁਰਪ੍ਰੀਤ ਸਿੰਘ ਹੈਗੀ, ਗੁਰਸੇਵਕ ਸਿੰਘ ਕਹਿੰਦੇ ਉਹਨੂੰ, ਉਹ ਹੈਗੇ ਆ, ਉਹ ਇੰਟਰਨੈਸ਼ਨਲ ਸਾਰਾ ਹੈਂਡਲ ਕਰ ਰਹੇ ਆ। ਤੇ ਬਾਕੀ ਸਾਡੇ ਟਰਸਟੀ ਹੈਗੇ ਯੂਕੇ ਵਿੱਚ, ਉਹ ਵੀ ਕਾਫੀ ਸਿਆਣੇ ਆ, ਉਹ ਵੀ ਓਵਰਸੀ ਕਰ ਰਹੇ। ਮੈਂ ਤਾਂ ਬਸ ਹੁਣ ਗਵਰਨੈਂਸ ਤੇ ਟਰਸਟ ਦੀ, ਜਿਹਦਾ ਭਈ ਗਵਰਨੈਂਸ ਤੇ ਟ੍ਰਾਂਸਪੇਰੈਂਸੀ ਦੇਖਦਾ। ਮੇਰੀ ਇਹੀ ਇੱਛਾ ਆ ਭਈ ਪਿਛਲੇ ਸਾਲ ਦੇ ਜਿਹੜੇ ਸਾਰਿਆਂ ਦੇ ਅਕਾਊਂਟ ਯੂਕੇ ਦੇ, USA, ਕੈਨੇਡਾ ਦੇ, ਇੰਡੀਆ ਦੇ ਸਾਰੇ ਆਨਲਾਈਨ ਹੋ ਗਏ। ਸ਼ਾਇਦ 4-5 ਮਹੀਨੇ ਵਿੱਚ ਅਸੀਂ ਟਰਾਈ ਕਰਾਂਗੇ ਉਹ ਆਨਲਾਈਨ ਕਰਨ ਦੇ। ਹਰ ਚੈਪਟਰ ਦੇ ਵਿੱਚ ਇੰਡੀਪੈਂਡੈਂਟ ਆਡੀਟਰ ਇੱਥੋਂ ਅਸੀਂ ਲਿਆਵਾਂਗੇ, ਆਡੀਟਰ ਇੰਡੀਆ ਵਿੱਚ, US ਵਿੱਚ, ਕੈਨੇਡਾ, ਇੱਥੋਂ ਪਿਕ ਕਰਾਂਗੇ ਯੂਕੇ ਚੋਂ ਇੰਡੀਪੈਂਡੈਂਟ ਅਕਾਊਂਟੈਂਟ ਜਾ ਕੇ ਚੈੱਕ ਕਰਕੇ ਅਕਾਊਂਟ, ਉਹ ਸਾਰਾ ਚੈੱਕ ਕਰਕੇ ਅਕਾਊਂਟਸ ਅਸੀਂ ਉਹ ਅਪਲੋਡ ਕਰਾਂਗੇ। ਮੇਰੀ ਇਹੀ ਰਹਿ ਗਈ ਆ ਕੰਮ, ਮੇਰਾ ਇਹੀ ਕੰਮ ਰਹਿ ਗਿਆ ਭਈ ਜਿਹੜੀ ਗਵਰਨੈਂਸ ਤੇ ਟ੍ਰਾਂਸਪੇਰੈਂਸੀ, ਸੰਗਤ ਦਾ ਜਿਹੜਾ ਪੈਸਾ ਆਉਂਦਾ ਉਹਨੂੰ ਕਿੱਦਾਂ ਪ੍ਰੋਟੈਕਟ ਕਰਨਾ ਪਈ, ਉਹ ਗਲਤ ਪਾਸੇ ਨਾ ਜਾਵੇ। ਬਸ ਇਹੀ ਸਾਨੂੰ ਡਰ ਰਹਿੰਦਾ ਹਰ ਵਾਰ, ਇਹੀ ਰਹਿੰਦਾ। ਅੱਛਾ, ਤੁਸੀਂ ਬਹੁਤ ਸਾਰੇ ਡਿਫਰੈਂਟ ਕੰਟਰੀਜ਼ ਦੇ ਵਿੱਚ ਕਈ ਆਪਰੇਸ਼ਨਸ ਕੀਤੇ, ਭਾਰਤ ਦੇ ਵਿੱਚ ਵੀ ਵੱਖ-ਵੱਖ ਸਟੇਟਾਂ 'ਚ, ਪੰਜਾਬ 'ਚ ਵੀ ਜਾਂ ਹੋਰ ਥਾਵਾਂ 'ਤੇ ਵੀ ਜਿੱਥੇ ਕਿਤੇ ਹੜ੍ਹ ਆਏ। ਤੁਹਾਡੇ ਦਿਲ ਦੇ ਕਰੀਬ ਕਿਹੜਾ ਸਭ ਤੋਂ ਜਿਹੜਾ ਆਪਰੇਸ਼ਨ ਆ ਜਿਹੜਾ ਅੱਜ ਵੀ ਐਂਡ ਦਿਲ ਦੇ ਸਭ ਤੋਂ ਜ਼ਿਆਦਾ ਨੇੜੇ ਹੈ ਜੀ? 2-3 ਹੈਗੇ। ਇੱਕ ਜਦੋਂ ਅਸੀਂ 2010 ਵਿੱਚ ਪਹਿਲੀ ਵਾਰੀ ਪੰਜਾਬ ਦੇ ਪਿੰਡਾਂ 'ਚ ਗਏ ਸ਼ਹੀਦ ਪਰਿਵਾਰਾਂ ਨੂੰ ਮਿਲਣ। ਪਹਿਲਾਂ ਮੈਂ ਤਾਂ ਜਦੋਂ 84 ਨੂੰ ਸੋਚਿਆ ਵੀ ਸਾਰੇ ਦੇਖਭਾਲ ਹੋ ਰਹੇ, ਉਹਨਾਂ ਦੀ ਕੋਈ ਲੋੜ ਨਹੀਂ। ਜਦੋਂ ਮੈਂ ਪਹਿਲੀ ਵਾਰੀ ਪਿੰਡ 'ਚ ਗਿਆ ਸੀਗਾ, ਇੱਥੇ ਬਿਆਸਕੋ ਪਿੰਡ ਸੀਗਾ, ਬਿਆਸ ਦੇ ਕੋਲ, ਤੇ ਉੱਥੇ ਮਾਤਾ ਜੀ ਤੇ ਬਾਪੂ ਜੀ ਤੇ ਉਹਨਾਂ ਦੇ 3 ਮੁੰਡੇ ਸੀਗੇ। ਇੱਕ ਠੀਕ ਨਹੀਂ ਸੀਗਾ ਤੇ 2 ਸ਼ਹੀਦ ਕੀਤੇ ਗਏ ਸੀਗੇ। ਤੇ ਬਾਪੂ ਜੀ ਤਾਂ ਬਿਲਕੁਲ ਜਿੱਦਾਂ ਭਈ ਹੈ ਹੀ ਨਹੀਂ ਸੀਗੇ, ਭਈ ਰੋਈ ਜਾਂਦੇ ਸੀ, ਬੈਠੇ ਰੋਈ ਜਾਂਦੇ ਸੀ। ਮੈਂ ਵੀਡੀਓ ਪਾਈ ਸੀ ਉਸ ਵੇਲੇ, ਪਹਿਲਾ ਪਰਿਵਾਰ ਰਿਹਾ ਸੀ ਉਹ, ਸਾਨੂੰ ਅਸੀਂ ਉਹਨੂੰ ਪੈਨਸ਼ਨ ਲਾਈ। ਤੇ ਉਹ ਜਿਹੜੇ ਸ਼ਹੀਦ ਪਰਿਵਾਰ ਆ, ਉਹਨਾਂ ਦੀਆਂ ਕਹਾਣੀਆਂ ਸੁਣ ਕੇ ਬਹੁਤ ਹੀ ਦੁੱਖ ਲੱਗਾ ਵੀ ਕਿੱਦਾਂ ਮਾਪਿਆਂ ਨੂੰ ਪੁਲਿਸ ਨੇ ਕਿੱਦਾਂ ਕੁੱਟਿਆ, ਮਾਪਿਆਂ ਨੂੰ ਤਸ਼ੱਦਦ ਕਿੱਦਾਂ ਕੀਤੇ, ਉਹਦੇ ਮੁੰਡੇ ਕਿੱਦਾਂ ਮਾਰੇ, ਉਹਦੇ ਸਰੀਰ ਬੋਡੀਆਂ ਨੂੰ ਮੁੜ ਕੇ ਦਿੱਤੀਆਂ। ਤੇ ਇਹ ਪੜ੍ਹ ਕੇ ਬਹੁਤ ਹੀ ਅਸਰ ਹੋਇਆ ਵੀ ਅਸੀਂ ਕਿੱਧਰ ਜਾ ਰਹੇ ਹਾਂ। ਉਹੀ ਮੈਂ ਘੜੀ ਕਹਿੰਦਾ ਵੀ ਸਾਡੇ ਪੰਥ ਦੇ ਵਿੱਚ ਲੋੜ ਬਹੁਤ ਆ, ਪਰ ਅਸੀਂ ਜਥੇਬੰਦੀਆਂ ਵਿੱਚ ਰਹਿ ਕੇ ਇੱਕ ਦੂਜੇ ਨੂੰ ਅਟੈਕ ਕਰੀ ਜਾਂਦੇ ਆ, ਜਿੱਥੇ ਉੱਥੇ ਫੋਕਸ ਕਰਨ ਦੀ ਉੱਥੇ ਕੀਤੀ ਨਹੀਂ। ਤੇ ਦੂਜਾ ਜਿਹੜਾ ਹੈਗਾ ਮੈਨੂੰ ਯਾਦ ਰਹਿੰਦਾ, ਇਰਾਕ ਦੇ ਵਿੱਚ ਜਿਹੜੇ ਆਈਸਿਸ ਨੇ ਹਮਲੇ ਕੀਤੇ, ਕੁੜੀਆਂ ਤੇ ਔਰਤਾਂ ਉੱਪਰ ਰੇਪ ਕੀਤਾ, ਉਹਨੂੰ ਵੇਚਿਆ ਜ਼ਬਰਦਸਤੀ। ਉਹਨਾਂ ਦੀਆਂ ਕਹਾਣੀਆਂ ਉਹਨਾਂ ਬਹਿ ਕੇ ਉਹਨਾਂ ਦੇ ਕੈਂਪ ਦੇ ਵਿੱਚ ਸੁਣ ਕੇ ਬੜਾ ਦਿਲ ਦੁਖਿਆ ਪਈ ਇਹ ਦੇਖੋ। ਇੱਕ ਮੈਨੂੰ ਲੇਡੀ ਮਿਲੀ ਸੀਗੀ, ਉੱਥੇ ਇੰਟਰਵਿਊ ਕਰਦੇ ਸੀ BBC ਲਈ, ਤੇ ਉਹਦੇ 3 ਹੀ ਬੱਚੇ ਨਿੱਕੇ ਹੁੰਦੇ ਸੀ, 7 ਸਾਲ ਤੋਂ 8 ਸਾਲ ਨਿੱਕੇ। ਇੱਕ ਸੀਗਾ 40 ਦਿਨ ਦਾ, ਉਹ 3 ਹੀ ਮੁੰਡੇ ਉਹਦੇ ਮਾਰਤੇ ਆਈਸਿਸ ਦੇ, ਜਿਹੜਾ ਫਾਈਟਰ ਸੀਗਾ। ਉਹ ਫਿਰ ਉਹਨੇ ਜ਼ਹਿਰ ਦੇਤੀ ਨਿਆਣੇ ਨੂੰ, ਫਿਰ ਮੇਰਾ ਵਿਆਹ ਕਰਾ ਦੇਵੇ। ਉਹ ਆਪਣੀ ਸਟੋਰੀ ਦੱਸਦੀ ਸੀਗੀ, ਉਹਨਾਂ ਉੱਪਰ ਬਹੁਤ ਕਹਿਰ ਹੋਏ। ਤੋ ਕਿਉਂਕਿ ਉਹੀ ਆ, ਸਾਰੇ ਇਨਸਾਨ ਹੀ ਆ, ਇਹ ਨਹੀਂ ਕਹਿ ਸਕਦੇ ਉਹ ਸਿੱਖ ਨਹੀਂ ਗਏ ਤੇ ਉਹਨਾਂ ਦਾ ਘੱਟ ਦੁੱਖ ਆ, ਨਹੀਂ, ਸਾਰੇ ਇਨਸਾਨਾਂ ਦਾ, ਸਾਡਾ ਵੀ ਦੁੱਖ ਸੁੱਖ ਕੋਈ ਸੁਣੇ, ਅਸੀਂ ਵੀ ਕਿਤੇ ਸੁਣੀਏ। ਤੋ ਜਿੱਥੇ ਵੀ ਜਾਈਦਾ
ਕੋਈ ਨਾ ਕੋਈ ਇਦਾਂ ਦੀ ਸਟੋਰੀਆਂ ਮਿਲਦੀਆਂ, ਤੁਹਾਡਾ ਦਿਲ ਟੁੱਟ ਜਾਂਦਾ। ਪਰ ਇਹਦਾ ਮਤਲਬ ਵੀ ਤੁਸੀਂ ਬਹਿ ਕੇ ਬਸ ਉੱਥੇ ਗਿਵ ਅਪ ਕਰੋ, ਹੋਰ ਕਰੋ, ਫਿਰ ਤੁਹਾਨੂੰ ਮੋਟੀਵੇਟ ਕਰਦੀਆਂ। ਅਸੀਂ ਤਾਂ ਹੀ ਸਾਰਿਆਂ ਨੂੰ ਕਹਿੰਦੇ, ਤੁਸੀਂ ਜਾ ਕੇ ਜਦੋਂ ਇਦਾਂ ਹੁਣ ਪੱਗ ਦਾੜਾ ਉੱਥੇ ਹੁੰਦਾ, ਜਦੋਂ ਰਾਤ ਜਾਈਦਾ, ਤੁਸੀਂ ਮੇਰੇ ਨਾਲ ਇੱਕ ਵਾਰੀ ਜੇ ਤੁਹਾਡਾ ਕਰੀ ਟਾਈਮ ਲੱਗਾ, ਤੁਸੀਂ ਸਾਡੀ ਟੀਮ ਨਾਲ ਜਾਇਓ, ਅਸੀਂ ਵੈਲਕਮ ਕਹਿੰਦੇ ਤੁਹਾਨੂੰ। ਤੁਸੀਂ ਆਪੇ ਹੀ ਦੇਖਿਓ ਕੀ ਤੁਹਾਡੀ ਰਿਸਪੈਕਟ ਹੁੰਦੀ ਉੱਥੇ। ਪਰ ਉੱਥੇ ਕੋਈ ਆਪਰੇਸ਼ਨ ਨਹੀਂ ਸਾਡਾ ਦੁਨੀਆ 'ਚ ਹੋਇਆ ਇਹ ਜਿੱਥੇ ਸਾਨੂੰ ਕੋਈ ਦੁੱਖ ਦੀਆਂ ਚੀਜ਼ਾਂ ਨਹੀਂ ਮਿਲੀਆਂ। ਪਰ ਸਾਡੀ ਕੌਮ ਇਹੀ ਆ, ਦਿਆਲੂ ਆ, ਸਾਡੀ ਕਮਿਊਨਿਟੀ ਦਿਆਲੂ ਆ। ਬਚ ਜਾਂਦੀ, ਬਿਲਕੁਲ ਠੀਕ ਹੈ ਜੀ। ਅੱਛਾ ਭਾਈ ਸਾਹਿਬ, ਪੱਗ ਦਾੜੀ ਕਰਕੇ ਡਿਸਕ੍ਰਿਮੀਨੇਸ਼ਨ ਵੀ ਬਹੁਤ ਵਾਰੀ ਹੋਏ ਹੋਣੇ ਆ? ਮੈਂ ਤੁਹਾਨੂੰ ਦੱਸਦਾ, ਇੱਕ ਵਾਰੀ ਮੈਂ ਇਰਾਕ ਦੇ ਵਿੱਚ ਮੈਂ 15-20 ਵਾਰੀ ਗਿਆ, ਤੇ ਜਦੋਂ ਮੈਂ 10 ਵਾਰੀ ਗਿਆ ਸੀਗਾ ਤੇ ਮੈਂ ਵਾਪਸ ਆ ਰਿਹਾ ਸੀ ਇਰਾਕ, ਤੇ ਉੱਥੇ ਸਾਰੇ ਜਾਂਦੇ ਏਅਰਪੋਰਟ ਤੇ ਇੱਕ ਮੁੰਡਾ ਉੱਥੇ ਨਵਾਂ ਗਾਰਡ ਸੀਗਾ ਉੱਥੇ, ਇਰਾਕੀ ਬੰਦਾ, ਉਹਨੇ ਆ ਕੇ ਮੇਰੀ ਪੱਗ ਨੂੰ ਹੱਥ ਲਾਇਆ, ਮੈਨੂੰ ਪਿੱਛੇ ਕਰਤਾ ਫੜ ਕੇ ਹੱਥ ਹੁੰਦੀ, ਮੈਂ ਕਿਹਾ ਪਿੱਛੇ ਹਟ ਜਾ, ਤੇ ਮੈਂ ਹੱਥ ਨਾਲ ਲਾ, ਉਹ ਰੌਲਾ ਪਾਉਣ ਲੱਗ ਪਿਆ ਵੀ ਤੂੰ ਕੌਣ ਹੁੰਦਾ ਮੈਨੂੰ ਰੋਕਣਾ। ਉਧਰੋਂ ਫਿਰ 2-3 ਗਾਰਡ ਆ ਗਏ ਜਿਹੜੇ ਪਹਿਲਾਂ ਕਹਿੰਦੇ ਤੈਨੂੰ ਪਤਾ ਨਹੀਂ ਇਹ ਸਿੱਖਿਆ, ਇਹ ਤਾਂ ਇੱਥੇ ਸੇਵਾ ਕਰਨ ਆਉਂਦੇ ਆ, ਤੂੰ ਇਹਨਾਂ ਦੀ ਪੱਗ ਨੂੰ ਹੱਥ ਨਹੀਂ ਲਾ ਸਕਦਾ। ਤੇ ਉਹਨੇ ਆਪੇ ਹੀ ਕਹਿਤਾ। ਫਿਰ ਮੈਂ ਜਹਾਜ਼ 'ਚ ਬੈਠਾ, ਮੈਂ ਬਸ ਤੁਸੀਂ ਮੰਨੋਗੇ ਨਾ ਇਹ ਗੱਲ, ਮੈਂ ਟੈਕਸੀ ਕੀਤਾ, ਆਪਣਾ ਟਵੀਟ ਕੀਤਾ ਤੇ ਮੇਰੀ ਅੱਜ ਪੱਗ ਨੂੰ ਇਹਨੇ ਹੱਥ ਲਾਇਆ, ਮੈਂ ਕਾਫੀ ਡਿਸਅਪੋਇੰਟਡ ਆ। ਉਹਨੇ ਇੱਥੇ UK ਵਿੱਚ ਇੱਥੇ ਇਰਾਕੀ MP ਆ, ਮੇਰਾ ਫੋਲੋ ਕਰਦਾ ਟਵਿੱਟਰ ਤੇ, ਉਹਨੇ ਫਿਰ ਉਹਦੇ ਪ੍ਰਾਈਮ ਮਿਨਿਸਟਰ ਨਾਲ ਆਫਿਸ ਨਾਲ ਗੱਲ ਕੀਤੀ ਉੱਥੇ ਕੁਰਦਿਸਤਾਨ ਦੇ ਵਿੱਚ, ਜਿਹੜਾ ਕੁਰਦਿਸ਼ ਪ੍ਰਾਈਮ ਮਿਨਿਸਟਰ ਦੇ ਆਫਿਸ। ਉਹਦੇ ਫਿਰ 10 ਮਿੰਟਾਂ ਵਿੱਚ ਮੈਸੇਜ ਆ ਗਿਆ, ਅਸੀਂ ਬਹੁਤ ਸੌਰੀ ਆ, ਅਸੀਂ ਟ੍ਰੇਨ ਕਰਾਂਗੇ, ਮੁੜ ਕੇ ਨਹੀਂ ਹੋਊਗੀ ਇਹ ਗੱਲ। ਮੈਨੂੰ ਬੜੀ ਖੁਸ਼ੀ ਹੋਈ ਆ ਵੀ ਸਾਡੀ ਇਹ ਬਹੁਤ ਪਛਾਣੀ ਆ। ਹਾਂ, ਡਿਸਕ੍ਰਿਮੀਨੇਸ਼ਨ ਹੁੰਦੀ ਆ, ਪਰ ਇਹਦਾ ਮਤਲਬ ਨਹੀਂ ਵੀ ਤੁਸੀਂ ਨੈਗੇਟਿਵ ਰਿਸਪੌਂਸ ਕਰੋ, ਤੁਸੀਂ ਵੀ ਉਹਨੂੰ ਐਜੂਕੇਟ ਕਰੋ, ਉਹਨੂੰ ਤੁਸੀਂ ਚਿੱਠੀਆਂ ਪਾਓ, ਤੁਸੀਂ ਈਮੇਲ ਕਰੋ, ਤੁਸੀਂ ਸਮਝਾਓ। ਜੇ ਤੁਸੀਂ ਗਾਲਾਂ ਕੱਢਣੀਆਂ, ਗੰਦੀਆਂ ਗਾਲਾਂ ਕੱਢਣੀਆਂ, ਫੇਰ ਤਾਂ ਚਲੋ ਭਈ ਐਜੂਕੇਸ਼ਨ ਹੀ ਰਹਿ ਗਈ। ਪਰ ਤੁਹਾਨੂੰ ਵੀ ਪੋਜ਼ਿਟਿਵ ਰੋਲ, ਹੁਣ ਮੈਂ ਦੇਖਦਾ ਕਈ ਵਾਰੀ, ਅੱਜ ਤਾਂ ਮੈਂ ਤੁਹਾਨੂੰ ਕਿਹਾ ਸੀ ਮੇਰੀ ਵਾਈਫ ਦੇ ਖਿਲਾਫ ਪੋਸਟ ਪਾਉਂਦੇ ਜਿਹੜੇ, ਉਹ ਜਾਣ ਕੇ ਪਾਉਂਦੇ ਥੱਲੇ ਗੰਦੀਆਂ ਕਮੈਂਟ ਮੇਰੀ ਵਾਈਫ ਤੇ ਪਾਉਂਦੇ। ਜਿਹੜਾ ਪੋਸਟ ਪਾਉਂਦਾ ਉਹਨੂੰ ਪਤਾ ਕੀ ਲਿਖਿਆ, ਉਹ ਜਾਣ ਕੇ ਨਹੀਂ ਡਿਲੀਟ ਕਰਦਾ, ਨਾ ਬੈਨ ਕਰਦਾ, ਉਹਨੂੰ ਪਤਾ ਉਹ ਚਾਹੁੰਦਾ ਵੀ ਏਦਾਂ ਹੋਵੇ। ਆਪਣੇ ਬੰਦੇ ਸਮਝਦੇ ਨਹੀਂਗੇ। ਜੇ ਤੁਸੀਂ ਪੋਜ਼ਿਟਿਵ ਬਣਨਾ, ਪੋਜ਼ਿਟਿਵ ਕੰਮ ਕਰਨੇ, ਸੇਵਾ ਕਰਨੀ, ਤੁਸੀਂ ਗੰਦ ਦੇ ਵਿੱਚੋਂ ਬਾਹਰ ਨਿਕਲੋ। ਪਰ ਜੇ ਤੁਹਾਨੂੰ ਕੋਈ ਪੱਗ ਨੂੰ ਕਹਿ ਲਓ ਜ਼ਬਰਦਸਤੀ ਕੋਈ ਨਸਲਵਾਦੀ ਪੱਗ ਲਾਉਣ ਦੀ ਕੋਸ਼ਿਸ਼ ਕਰਦਾ, ਬਿਲਕੁਲ 2 ਲਾਓ ਉਹਨਾਂ ਦੇ, 2-3 ਵਾਰੀ ਘਸੁੰਨ ਮਾਰੋ, ਮੈਂ ਤਾਂ ਕਹਿੰਦਾ ਨਾ ਮਾਰੋ, ਮੈਂ ਤਾਂ ਬਿਲਕੁਲ। ਪਰ ਜੇ ਕੋਈ ਜਾਣ ਬੁੱਝ ਕੇ ਕਹਿ ਲਓ ਵੀ ਪਤਾ ਨਹੀਂ ਉਹਨੂੰ ਕੌਣ ਆ, ਉਹ ਕੋਸ਼ਿਸ਼ ਕਰਦਾ ਵੀ ਕੌਣ ਆ, ਕੀ ਆ ਪੱਗ ਤੇਰੀ, ਤੁਹਾਨੂੰ ਪੁੱਛਦਾ ਜੈਨੂਅਲੀ, ਫਿਰ ਤੁਸੀਂ ਪੋਜ਼ਿਟਿਵ ਰਿਪਲਾਈ ਕਰੋ, ਕਿਉਂਕਿ ਸਾਡਾ ਮਤਲਬ ਚੜ੍ਹਦੀ ਕਲਾ ਮਤਲਬ ਇਹ ਹੀ ਆ। ਸੋ ਇਹਦੇ ਵਿੱਚ ਨਹੀਂ ਭਾਈ, ਸੰਤ ਸਫਾਈ ਦਾ ਟਾਈਮ ਹੁੰਦਾ ਆ, ਜਿਹੜੀਆਂ ਗਾਲਾਂ ਕੱਢਣੀਆਂ ਕਿਸੇ ਨੂੰ, ਇਹਨਾਂ ਕੋਈ ਚੀਜ਼ ਨਹੀਂ ਵੱਧਦੀ ਪੋਜ਼ਿਟਿਵ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਖਾਲਸਾ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਰੇ ਕੁਛ ਬਾਰੇ ਸਾਡੇ ਨਾਲ ਗੱਲਬਾਤ ਕੀਤੀ। ਉਮੀਦ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਉਹ ਸਾਰੇ ਬੰਨੇ ਹੀ ਜਿਹੜੀਆਂ ਤੁਹਾਡੇ ਜਿੱਥੇ ਵੀ ਕਿਤੇ ਆਪਰੇਸ਼ਨ ਚੱਲਦੇ ਨੇ, ਜਿਹੜੀ ਕੁੱਲ ਸਾਰੀ ਕਾਇਨਾਤ ਦੇ ਬਾਬਤ ਨੇ, ਚਾਹੇ ਉਹ ਤੁਸੀਂ ਰੰਗ ਨਹੀਂ ਦੇਖਦੇ ਜਾਂ ਧਰਮ ਨਹੀਂ ਦੇਖਦੇ ਜਾਂ ਦੇਸ਼ ਨਹੀਂ ਦੇਖਦੇ, ਉਹ ਇੱਦਾਂ ਹੀ ਚੱਲਦੇ ਰਹਿਣ ਤੇ ਜਿਹੜੀ ਮਨੁੱਖਤਾ ਦੀ ਸੇਵਾ ਹੈ ਉਹ ਅਕਾਲ ਪੁਰਖ ਸਾਹਿਬ ਤੁਹਾਡੇ ਤੋਂ ਆਪ ਹੀ ਲੈਂਦੇ ਰਹਿਣ ਜੀ। ਬਹੁਤ ਧੰਨਵਾਦ ਜੀ। ਮੇਰਾ ਆਖਰੀ ਸੁਨੇਹਾ ਇਹੀ ਆ, ਜੇ ਪੰਜਾਬ ਦੀ ਭਲਾਈ ਕਰਨੀ, ਸਾਨੂੰ ਇਹ ਇਕੱਠੇ ਹੋਣਾ ਪੈਣਾ। ਇੱਕ ਦੂਜੇ ਨੂੰ ਥੱਲੇ ਲਾਉਣਾ, ਇੱਕ ਦੂਜੇ ਨੂੰ ਮਾੜਾ ਕਹੀ ਜਾਣਾ ਫੇਸਬੁੱਕ ਤੇ, ਸੋਸ਼ਲ ਮੀਡੀਆ ਤੇ ਗਾਲ ਪੈਣਾ ਇੱਕ ਦੂਜੇ ਦੇ, ਇਹ ਸਾਨੂੰ ਦੂਰ ਹੋਣਾ ਪੈਣਾ, ਦੂਰ ਰੱਖਣਾ ਪੈਣਾ। ਪੰਜਾਬ ਨੂੰ ਸਾਡੀ ਬਹੁਤ ਲੋੜ ਸਾਰਿਆਂ ਦੀ, ਇਕੱਲੇ ਇੱਕ ਜਥੇਬੰਦੀ ਦੀ। ਬਿਲਕੁਲ ਠੀਕ ਆ ਜੀ। ਜਿਉਂਦੇ ਜੀ ਦੀ ਕਦਰ ਕਰਨੀ ਪੈਣੀ ਆ। ਅਸੀਂ ਹੁਣ ਜੋ ਦੇਖਿਆ ਕਿ ਜਾਣ ਪਿੱਛੋਂ ਰੋਣ ਦਾ ਫਾਇਦਾ ਕੋਈ ਨਹੀਂ, ਜਿਉਂਦੇ ਜੀ ਦੀ ਕਦਰ ਕਰਨੀ ਅਸੀਂ, ਜਾਂ ਜਾਗਦਿਆਂ ਦੀ ਕਦਰ ਕਰਨੀ ਸਿੱਖੀਏ। ਮੇਰਾ ਖਿਆਲ ਇਹ ਤੋਂ ਵੱਡਾ ਜਿਹੜਾ ਸੁਨੇਹਾ ਕੋਈ ਨਹੀਂ। ਤੁਹਾਡਾ ਬਹੁਤ ਧੰਨਵਾਦ ਖਾਲਸਾ ਜੀ, ਤੁਸੀਂ ਸਮਾਂ ਕੱਢਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਪ੍ਰੋਗਰਾਮ 'ਚ ਇੰਨਾ ਹੀ ਜੀ। ਦਿਓ ਆਗਿਆ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।